ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਅੱਜ ਆਪਣਾ ਜਿਹੜਾ ਟੌਪਿਕ ਆ ਉਹ ਆਪਾਂ ਗੱਲ ਕਰਨੀ ਆ, ਜਿਹੜੀ ਆਪਾਂ ਪੋਲਿਟੀ ਦਾ ਟੌਪਿਕ ਆ, ਬੜਾ ਇੰਪੋਰਟੈਂਟ ਜਿਹਾ ਟੌਪਿਕ ਰਹਿਣ ਵਾਲਾ। ਇਹਦੇ 'ਚ ਆਪਾਂ ਅੱਜ ਗੱਲ ਕਰਾਂਗੇ ਗਵਰਨਰ ਦੇ ਬਾਰੇ, ਠੀਕ ਆ। ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ, ਤਾਂ ਤੁਹਾਡਾ ਟੌਪਿਕ ਆ ਜਿਹੜਾ ਕ੍ਰਿਸਟਲ ਕਲੀਅਰ ਕਰਵਾਉਣ ਦੀ ਗਰੰਟੀ ਮੈਂ ਲੈਂਦਾ ਤੁਹਾਨੂੰ ਇਹਦੇ ਵਿੱਚੋਂ। ਈਵਨ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਇੱਥੇ ਵੈਸੇ PPSC ਨੂੰ ਟਾਰਗੇਟ ਕਰਕੇ, ਬਟ ਤੁਸੀਂ UPSC ਦਾ ਵੀ ਕੋਈ ਐਗਜ਼ਾਮ ਚੱਕੋਗੇ, ਉਹਨੂੰ ਵੀ ਕਰੋਗੇ, ਤਾਂ ਤੁਹਾਡਾ ਉਹ ਕੁਐਸਚਨ ਵੀ ਆ ਜਿਹੜਾ ਸੋਲਵ ਹੋਊਗਾ। ਤਾਂ ਤੁਸੀਂ ਟੌਪਿਕ ਨੂੰ, ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਔਰ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਰਿਕੁਐਸਟ ਆ, ਉਹ ਪਹਿਲਾਂ ਸਬਸਕ੍ਰਾਈਬ ਕਰ ਲਓ ਔਰ ਨਾਲ ਦੀ ਨਾਲ ਹੀ ਬੈਲ ਨੋਟੀਫਿਕੇਸ਼ਨ ਆਉਣ ਵਾਲਾ ਜਿਹੜਾ ਬਟਨ ਆ ਉਹਨੂੰ ਤੁਸੀਂ ਔਨ ਕਰ ਲਿਓ, ਤਾਂ ਜੋ ਜਦ ਵੀ ਕੋਈ ਲੇਟੈਸਟ ਵੀਡੀਓ ਅਪਡੇਟ ਕਰੀਏ ਜਾਂ ਚੈਨਲ 'ਤੇ ਕੁਝ ਵੀ ਅਪਡੇਟ ਕੀਤਾ ਜਾਂਦਾ ਉਹਦਾ ਨੋਟੀਫਿਕੇਸ਼ਨ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ। ਤਾਂ ਦੇਖੋ, ਅੱਜ ਆਪਾਂ ਪਹਿਲਾਂ ਤੁਹਾਡੇ ਲਈ ਇੱਕ ਕੁਐਸਚਨ ਆ, ਇਹਨੂੰ ਤੁਸੀਂ ਧਿਆਨ ਦੇ ਨਾਲ ਦੇਖਿਓ। ਮੈਂ ਇੱਕ ਵਾਰ ਤੁਹਾਨੂੰ ਕੁਐਸਚਨ ਦੱਸ ਦਿੰਦਾ। ਦੇਖੋ, ਇਹ UPSC ਦਾ ਆਇਆ ਹੋਇਆ ਕੁਐਸਚਨ ਆ, ਇਹਨੂੰ ਧਿਆਨ ਦੇ ਨਾਲ ਦੇਖਿਓ। ਤਾਂ ਇਹਦੇ 'ਚ ਤੁਹਾਨੂੰ ਸਟੇਟਮੈਂਟ ਨੇ 1 2 3, ਠੀਕ ਆ। ਤਾਂ ਐਵੇਂ ਤੁਹਾਨੂੰ ਸਟੇਟਮੈਂਟ ਵਾਲੇ ਕੁਐਸਚਨ ਬਣਨਗੇ ਜਦੋਂ ਵੀ ਤੁਸੀਂ ਦੇਖੋਗੇ ਕੋਈ ਵੀ PPSC ਦਾ ਐਗਜ਼ਾਮ ਹੋਊਗਾ ਜਾਂ ਫਿਰ ਕਿਸੇ ਵੀ ਅਨਦਰ ਸਟੇਟ ਦਾ ਐਗਜ਼ਾਮ ਹੋਊਗਾ। ਦੈਨ ਤੁਹਾਨੂੰ ਜਿਹੜੇ ਕੁਐਸਚਨ ਨੇ ਉਹ ਬਣਨੇ ਆ ਆਪਾਂ ਟੈਲੀਗ੍ਰਾਮ ਦੇ ਉੱਤੇ ਵੀ ਸ਼ੇਅਰ ਕੀਤਾ ਹੋਇਆ, ਠੀਕ ਆ। ਤਾਂ ਤੁਸੀਂ ਉਹਦੇ 'ਤੇ ਵੀ ਜੁੜ ਸਕਦੇ ਹੋ। ਆਹ ਸਾਡਾ ਟੈਲੀਗ੍ਰਾਮ ਦਾ ਹੈਂਡਲ ਆ, ਉਹ ਤੁਹਾਨੂੰ ਵੀਡੀਓ ਦੇ ਇਹਦੇ 'ਚ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ। ਅਤੇ ਬਾਕੀ ਤੁਸੀਂ ਚੈਨਲ ਦਾ ਆਪਣੇ ਦਾ ਇੰਸਟਾਗ੍ਰਾਮ ਦਾ ਅਕਾਊਂਟ ਆ, ਤੁਸੀਂ ਇਹਨੂੰ ਇਹ 'ਤੇ ਫੋਲੋ ਕਰ ਸਕਦੇ ਹੋ। ਦੇਖੋ, ਇਹਨਾਂ ਨੇ ਕਹਿੰਦੇ ਅ ਮੈਂਬਰ ਆਫ ਅ ਪਾਰਲੀਮੈਂਟ ਕੈਨ ਨਾਟ ਬੀ ਅਪੋਇੰਟਡ ਐਜ਼ ਗਵਰਨਰ ਆਫ ਅ ਸਟੇਟ, ਪਹਿਲੀ ਸਟੇਟਮੈਂਟ। ਦੂਸਰੀ, the governor shall make rules for the more convenient transaction of the business of the government of the state। ਤੀਸਰੀ, ਗਵਰਨਰ ਅਪੁਆਇੰਟਸ ਦਾ ਐਡਵੋਕੇਟ ਜਨਰਲ ਆਫ ਆ ਸਟੇਟ। ਤਾਂ ਇਹ ਕਹਿੰਦੇ ਆ ਵੀ ਇਹਨਾਂ ਦੇ ਵਿੱਚੋਂ ਇੱਥੋਂ ਧਿਆਨ ਦੇ ਨਾਲ ਦੇਖਣਾ ਤੁਸੀਂ। ਇਹਨਾਂ ਨੇ ਕਰੈਕਟ ਪੁੱਛਿਆ ਤਾਂ ਤੁਸੀਂ ਕਰੈਕਟ ਸਟੇਟਮੈਂਟ ਹੀ ਦੇਖਣੀ ਆ। ਤਾਂ ਇਹ ਕਹਿੰਦੇ ਆ ਵੀ ਪਹਿਲੀ ਦੂਜੀ ਸਹੀ ਆ, ਦੂਜੀ ਤੀਜੀ ਸਹੀ ਆ, ਜਾਂ ਫਿਰ ਪਹਿਲੀ ਤੇ ਤੀਜੀ ਸਹੀ ਆ, ਜਾਂ ਫਿਰ 1 2 3 ਤਿੰਨੋਂ ਹੀ ਸਹੀ ਨੇ। ਤਾਂ ਇਹ ਵੀਡੀਓ ਦਾ ਆਨਸਰ ਕੁਐਸਚਨ ਦਾ ਜਿਹੜਾ ਵੀ ਆ ਉਹ ਮੈਂ ਤੁਹਾਨੂੰ ਵੀਡੀਓ ਦੇ ਜਮਾ ਐਂਡ 'ਤੇ ਆਨਸਰ ਦਊਂਗਾ, ਓਕੇ। ਤਾਂ ਬਾਕੀ ਜਿਹਨੂੰ ਪਹਿਲਾ ਆਨਸਰ ਪਤਾ ਉਹ ਤੁਸੀਂ ਕਮੈਂਟ ਕਰ ਦਿਓ, ਅਤੇ ਨਹੀਂ ਵੀਡੀਓ ਦੇ ਐਂਡ 'ਤੇ ਮੈਂ ਤੁਹਾਨੂੰ ਆਨਸਰ ਇਹਦਾ ਕਰੈਕਟ ਆ ਜਿਹੜਾ ਉਹ ਕਰਵਾਊਂਗਾ, ਔਰ ਤੁਹਾਨੂੰ ਮੈਂ ਵਿਦ ਕਾਰਨ ਦੱਸੂੰਗਾ ਵੀ ਇਹਦਾ ਕਾਰਨ ਕੀ ਆ। ਅਗਰ ਕਿਹੜੀ ਵੀ ਸਟੇਟਮੈਂਟ ਨੂੰ ਅਸੀਂ ਨੈਗਲੈਕਟ ਕਰ ਰਹੇ ਹਾਂ, ਛੱਡ ਰਹੇ ਹਾਂ, ਇਗਨੋਰ ਮਾਰ ਰਹੇ ਹਾਂ, ਕਿਉਂ, ਤਾਂ ਤੁਸੀਂ ਕਿਹੜੇ ਤਰੀਕੇ ਦੇ ਨਾਲ ਇਹਨੂੰ ਸੋਲਵ ਕਰਨਾ ਸੀ, ਤਾਂ ਇਹ ਮੈਂ ਤੁਹਾਨੂੰ ਵੀਡੀਓ ਦੇ ਐਂਡ 'ਤੇ ਦੱਸੂੰਗਾ। ਬਾਕੀ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਔਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਿਆ ਕਰੋ, ਔਰ ਵੀਡੀਓ ਨੂੰ ਹੁਣੇ ਚੱਲਦੇ ਦੌਰਾਨ ਹੀ ਲਾਈਕ ਕਰ ਦਿਓ। ਤਾਂ ਦੇਖੋ, ਹੁਣ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਕਰੰਟ ਦਾ ਮੁੱਦਾ ਕਰਾ ਰਿਹਾ ਥੋੜ੍ਹਾ ਜਿਹਾ। ਵਾਯੂ ਸ਼ਕਤੀ ਐਕਸਰਸਾਈਜ਼। ਵੈਸੇ ਤਾਂ ਤੁਸੀਂ ਨਿਊਜ਼ ਅਗਰ ਪ੍ਰੋਪਰ ਪੜ੍ਹਦੇ ਹੋ ਤਾਂ ਤੁਹਾਨੂੰ ਇਹਦੇ ਬਾਰੇ ਪਤਾ ਹੀ ਹੋਊਗਾ, ਸਭ ਨੇ ਦੇਖਿਆ ਹੀ ਹੋਊਗਾ। ਤਾਂ ਦੇਖੋ, ਇਹ ਵਾਯੂ ਸ਼ਬਦ ਲੱਗ ਗਿਆ, ਤਾਂ ਇਹਦਾ ਮਤਲਬ ਇਹ ਕਿਹਦੇ ਦੁਆਰਾ ਕੀਤੀ ਜਾਂਦੀ ਆ? IAF ਯਾਨੀ ਕਿ ਇੰਡੀਅਨ 에ਅਰ ਫੋਰਸ ਦੇ ਦੁਆਰਾ ਕੀਤੀ ਜਾਂਦੀ ਆ, ਓਕੇ। ਵਾਯੂ ਸ਼ਕਤੀ ਐਕਸਰਸਾਈਜ਼, ਕਲੀਅਰ। ਬਾਕੀ ਇਹਨੂੰ ਤੁਸੀਂ ਨੋਟ ਕਰ ਲਿਓ, ਕਿਉਂਕਿ ਇਹੋ ਜਿਹੇ ਕੁਐਸਚਨ ਬੜੇ ਬਣਦੇ ਨੇ ਕਰੰਟ ਦੇ ਵਿੱਚ। ਪਹਿਲਾਂ ਤਾਂ ਦੇਖੋ, ਹੁਣ ਇਹ ਚਰਚਾ ਦੇ ਵਿੱਚ ਕਿਉਂ ਰਹੀ ਆ, ਕਿਉਂਕਿ ਇਹ ਆਪਣੇ ਹੁਣੇ 7 ਮਾਰਚ ਨੂੰ ਹੋ ਕੇ ਹਟੀ ਸੀ, ਠੀਕ ਆ। 7 ਮਾਰਚ 2022 ਨੂੰ ਹੋਈ ਆ। ਹੁਣ ਜੇ ਹੋਈ ਆ ਤਾਂ ਫਿਰ ਜਗ੍ਹਾ ਵੀ ਹੋਊਗੀ। ਜਗ੍ਹਾ ਇਹ ਹੋਈ ਆ ਪੋਖਰਨ ਦੇ ਵਿੱਚ, ਪੋਖਰਨ ਜੈਸਲਮੇਰ। ਇਹ ਕਿੱਥੇ ਆ? ਆਪਣਾ ਰਾਜਸਥਾਨ ਦੇ ਵਿੱਚ। ਇੱਥੋਂ ਤੱਕ ਤਾਂ ਪੁਆਇੰਟ ਤੁਹਾਨੂੰ ਹੋ ਗਿਆ ਕਲੀਅਰ। ਤਾਂ ਹੁਣ ਦੇਖੋ ਵੀ ਇਹਨੂੰ ਆਪਾਂ ਜੇ ਦੇਖੀਏ ਵੀ ਤੁਹਾਨੂੰ ਕਰਾਉਣ ਦਾ, ਇਹ ਤਾਂ ਇੰਨੇ ਤੱਕ ਆ। ਦੇਖੋ, ਇਹਦੇ 'ਚ ਆਪਣੇ ਚੀਫ ਗੈਸਟ ਸੀਗੇ ਆਪਣੇ PM ਨਰਿੰਦਰ ਮੋਦੀ ਜੀ। ਤਾਂ ਇਹ ਹੋ ਗਈ ਗੱਲ। ਅਤੇ ਇੱਕ ਇਹਦੇ ਬਾਰੇ ਹੋਰ ਫੈਕਟ ਕੀ ਆ, ਇਹਦੇ 'ਚ 148 ਏਅਰਕ੍ਰਾਫਟ ਨੇ ਪਾਰਟੀਸਪੇਟ ਕੀਤਾ ਸੀ, ਠੀਕ ਆ। 148 ਏਅਰਕ੍ਰਾਫਟ ਨੇ ਇਹਦੇ 'ਚ ਪਾਰਟ ਲਿਆ ਸੀ। ਫਿਰ ਇਸ ਤੋਂ ਬਾਅਦ ਦੇਖੋ, ਇਹ ਸ਼ੁਰੂ ਕਿੰਨੇ ਤੋਂ ਹੁੰਦੀ ਆ? ਇਹ ਹੋਈ ਸੀ ਸ਼ੁਰੂ 1953 ਤੋਂ ਲੈ ਕੇ। ਔਰ ਇਹਦੀ ਖਾਸ ਗੱਲ ਕੀ ਆ? ਹੁਣ ਦੇਖੋ, ਇਹਦੀ ਖਾਸ ਗੱਲ ਕੀ ਆ। ਤਾਂ ਇਹ ਹੁੰਦੀ ਕਿੰਨੇ ਸਾਲ ਬਾਅਦ ਆ? ਆਫਟਰ ਐਵਰੀ 3 ਈਅਰਸ। ਤਾਂ ਕਹਿਣ ਤੋਂ ਭਾਵ ਕੀ ਆ ਵੀ ਹਰ 3 ਸਾਲ ਦੇ ਬਾਅਦ ਜਿਹੜੀ ਇਹ ਐਕਸਰਸਾਈਜ਼ ਆ, ਵਾਯੂ ਸ਼ਕਤੀ ਐਕਸਰਸਾਈਜ਼, ਉਹ ਹੁੰਦੀ ਆ। ਤਾਂ 148 ਨੇ ਇਹਦੇ ਵਿੱਚ ਭਾਗ ਲਿਆ ਸੀ। ਤਾਂ ਤੁਸੀਂ ਇਹਨੂੰ ਪੁਆਇੰਟ ਨੇ ਜਿਹੜੇ ਫੈਕਟ ਨੇ ਉਹਨੂੰ ਨੋਟ ਕਰ ਲਿਓ। ਤਾਂ ਇਸ ਤੋਂ ਪਹਿਲਾਂ ਇਹ 2019 ਦੇ ਵਿੱਚ ਹੋਈ ਸੀ, ਠੀਕ ਆ। ਹੁਣ ਇਹ 2022 ਦੇ ਵਿੱਚ 7 ਮਾਰਚ ਨੂੰ ਹੋਈ ਆ। ਇਸ ਤੋਂ ਪਹਿਲਾਂ ਇਹ 2019 ਦੇ ਵਿੱਚ ਹੋਈ ਸੀ। ਹੁਣ ਆਪਾਂ ਕਿਹਾ ਸੀ ਵੀ IAF, ਤਾਂ ਹੁਣ IAF ਦੇ ਨਾਲ ਵੀ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਕਰ ਲੈਂਦੇ ਹਾਂ। ਇਹਦੀ ਇਸਟੈਬਲਿਸ਼ਮੈਂਟ ਹੋਈ ਸੀ 8 ਅਕਤੂਬਰ 1932 ਨੂੰ, ਠੀਕ ਆ। ਤਾਂ ਇਹ 1932 ਨੂੰ ਬਣੀ ਸੀ। ਔਰ ਇਹਦਾ ਜੇ ਆਪਾਂ ਗੱਲ ਕਰੀਏ ਹੈੱਡਕੁਆਟਰ ਦੀ, ਉਹ ਹੈਗਾ ਇਹਦਾ ਨਵੀਂ ਦਿੱਲੀ। ਤਾਂ ਇਹ ਤੁਸੀਂ ਇੰਨਾ ਕੁ ਧਿਆਨ ਦੇ ਵਿੱਚ ਰੱਖਣਾ ਸੀ। ਬਾਕੀ ਆਪਣੇ ਜਿਹੜੇ ਭਾਰਤੀ ਬਣੇ ਹੋਏ ਏਅਰਕ੍ਰਾਫਟਸ ਨੇ ਭਾਗ ਲਿਆ, ਉਹ ਕਿਹੜਾ ਸੀ?
ਲਾਈਟ ਕੰਬੈਟ 에ਅਰਕ੍ਰਾਫਟ। ਤਾਂ ਇਹਦਾ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਕਿਹੜਾ ਸੀਗਾ। ਠੀਕ ਆ, ਬੜਾ ਚਰਚਾ ਦੇ ਵਿੱਚ ਰਹਿੰਦਾ ਇਹ, ਕਾਫੀ ਇੰਪੋਰਟੈਂਟ ਜਿਹਾ। ਇੱਕ ਇਹ ਵਾਲਾ, ਇੱਕ ਇਹ ਉਹ ਨੇ ਜਿਹੜੇ ਇੰਡੀਆ ਮੇਡ ਨੇ। ਠੀਕ ਆ, ਐਡਵਾਂਸ ਲਾਈਟ ਹੈਲੀਕਾਪਟਰ, ਇਹਦਾ ਨਾਮ ਵੀ ਦੱਸਿਓ। ਇੱਕ ਸੀਗਾ ਲਾਈਟ ਕੰਬੈਟ ਹੈਲੀਕਾਪਟਰ। ਤਾਂ ਇਹ ਸੀਗੀ ਆਪਣੀ ਵਾਯੂ ਸ਼ਕਤੀ ਐਕਸਰਸਾਈਜ਼। ਹੁਣ ਇਹਨੂੰ ਲੈ ਕੇ ਤੁਹਾਡਾ ਕਿਸੇ ਵੀ ਸਟੇਟ ਦੇ ਐਗਜ਼ਾਮ ਦੇ ਵਿੱਚ ਜਾਂ ਫਿਰ ਈਵਨ ਕਿਤੇ ਵੀ ਸਟੇਟਮੈਂਟ ਬਣਾ ਕੇ ਕੁਐਸਚਨ ਪਾਉਣ, ਚਾਹੇ ਤੁਹਾਨੂੰ 1 ਲਾਈਨਰ ਪਾ ਦੇਣ, ਤਾਂ ਤੁਹਾਡਾ ਕੁਐਸਚਨ ਵਾਯੂ ਸ਼ਕਤੀ ਨੂੰ ਲੈ ਕੇ ਨਹੀਂ ਅੜੂਗਾ। ਠੀਕ ਆ, ਤਾਂ ਇਹ ਤੋਂ ਬਾਅਦ ਇਹ ਸੀ ਆਪਣਾ ਇੱਕ ਕਰੰਟ ਦਾ। ਆਪਾਂ ਇੱਕ ਜਾਂ ਦੋ ਇਸ਼ੂ ਨੇ ਜਿਹੜੇ ਕਰੰਟ ਦੇ, ਉਹ ਆਪਾਂ ਹਰ ਵੀਡੀਓ ਦੇ ਨਾਲ ਕਰਿਆ ਕਰਨੇ ਆ। ਤਾਂ ਹੁਣ ਆਪਾਂ ਅੱਜ ਦਾ ਟੌਪਿਕ ਆ ਜਿਹੜਾ ਆਪਣਾ ਸਟਾਰਟ ਕਰਦੇ ਹਾਂ। ਤਾਂ ਇਹ ਤੁਸੀਂ ਵੈਸੇ ਸਭ ਨੇ ਪਹਿਲਾਂ ਪੜ੍ਹਿਆ ਹੋਊਗਾ, ਪਰ ਮੈਂ ਉਮੀਦ ਕਰਦਾ ਵੀ ਤੁਸੀਂ ਆਪਣਾ ਕਾਪੀ ਪੈਨ ਨਾਲ ਰੱਖੋਗੇ ਔਰ ਇਹਨੂੰ ਨੋਟ ਕਰੋਗੇ, ਕਿਉਂਕਿ ਤੁਹਾਨੂੰ ਮੈਂ 99% ਦਾਅਵੇ ਨਾਲ ਕਹਿੰਦਾ ਵੀ ਤੁਹਾਨੂੰ ਕੁਝ ਨਾ ਕੁਝ ਨਵਾਂ ਵੀਡੀਓ ਦੇ ਵਿੱਚ ਜ਼ਰੂਰ ਮਿਲੂਗਾ, ਚਾਹੇ ਤੁਸੀਂ ਪਹਿਲਾਂ ਤੋਂ ਟੌਪਿਕ ਪੜ੍ਹਿਆ ਚਾਹੇ ਨਹੀਂ ਪੜ੍ਹਿਆ। ਹੁਣ ਦੇਖੋ, ਜਿਵੇਂ ਆਪਾਂ ਦੇਖਿਆ ਵੀ ਹਰੇਕ ਕਿਤੇ ਉੱਤੇ ਕੁਛ ਨਾ ਕੁਛ ਹੁੰਦਾ। ਜਿਵੇਂ ਆਪਣੇ ਸੈਂਟਰ ਦੇ ਵਿੱਚ ਪਾਰਲੀਮੈਂਟ ਆ, ਤਾਂ ਮੈਂ ਆਪਣੇ ਸਟੇਟ ਦੇ ਵਿੱਚ ਲੈਜਿਸਲੇਚਰ ਹੈਗਾ ਗਾ। ਠੀਕ ਆ, ਇਹ ਗੱਲ ਬੜੀ ਕਲੀਅਰ ਆ। ਹੁਣ ਜਿਹੜੇ ਪਾਰਲੀਮੈਂਟ ਦੇ ਵਿੱਚ ਬਿੱਲ ਬਣਦੇ ਨੇ, ਉਹਨਾਂ ਨੂੰ ਫਾਈਨਲ ਐਸੈਂਟ ਕਿਹਨਾਂ ਦੁਆਰਾ ਮਿਲਦਾ, ਸਹਿਮਤੀ ਕਿਹਨਾਂ ਦੁਆਰਾ ਮਿਲਦੀ ਆ, ਪ੍ਰੈਜ਼ੀਡੈਂਟ ਸਾਹਿਬ ਦਿੰਦੇ ਆ। ਤਾਂ ਫਿਰ ਜਿਹੜਾ ਹੁਣ ਆਪਾਂ ਸਟੇਟ ਦੇ ਵਿੱਚ ਬਣਾਤਾ, ਤਾਂ ਉਹਦੇ ਲਈ ਵੀ ਤਾਂ ਆਪਾਂ ਨੂੰ ਕੁਛ ਚਾਹੀਦਾ। ਤਾਂ ਜਿਵੇਂ ਉੱਥੇ ਪ੍ਰੈਜ਼ੀਡੈਂਟ ਸਾਹਿਬ ਨੇ, ਤਾਂ ਆਪਣੇ ਸਟੇਟ ਦੇ ਵਿੱਚ ਕੀ ਚੱਕਰ ਆ, ਉੱਥੋਂ ਜਿਹੜਾ ਵੀ ਬਿੱਲ, ਚਾਹੇ ਉਹ ਬਾਈ ਕੈਮਰਾ ਵਾਲਾ ਚਾਹੇ ਯੂਨੀ ਕੈਮਰਾ ਵਾਲਾ, ਚਾਹੇ ਮਤਲਬ ਇੱਕ ਸਦਨੀਆਂ ਦੋ ਸਦਨੀਆਂ, ਜਿਹੜਾ ਵੀ ਉੱਥੇ ਬਿੱਲ ਬਣਦਾ ਉਹ ਪਾਸ ਹੋ ਗਿਆ। ਜਦੋਂ ਐਕਟ ਬਣੂਗਾ ਤਾਂ ਉੱਥੋਂ ਐਕਟ ਤਾਂ ਆਪਣਾ ਪਾਰਲੀਮੈਂਟ ਦੇ ਵਿੱਚ ਬਣਨਾ। ਠੀਕ ਆ, ਜਿਵੇਂ ਕਿ ਉੱਥੇ ਆਪਣਾ ਪਾਰਲੀਮੈਂਟ ਲੋਕ ਸਭਾ ਰਾਜ ਸਭਾ ਦੇ ਵਿੱਚ ਆ, ਤਾਂ ਜਿਹੜਾ ਇੱਥੋਂ ਸਟੇਟ ਦੇ ਹੁੰਦੇ ਨੇ, ਤਾਂ ਸਟੇਟ ਦੇ ਵਿੱਚ ਜਿਹੜੀ ਸਹਿਮਤੀ ਮਿਲਦੀ ਆ, ਉਹ ਸਹਿਮਤੀ ਇਦੋਂ ਬਾਅਦ ਸਾਈਨ ਕਿਹਦੇ ਹੁੰਦੇ ਆ, ਗਵਰਨਰ ਦੇ। ਤਾਂ ਸਟੇਟ ਦੇ ਵਿੱਚ ਜਿਵੇਂ ਆਪਣਾ ਉਹਦੇ 'ਚ ਕੇਂਦਰ ਦੇ ਵਿੱਚ ਆਪਣਾ ਪ੍ਰੈਜ਼ੀਡੈਂਟ ਸਾਹਿਬ ਨੇ, ਉਵੇਂ ਸਟੇਟ ਦੇ ਵਿੱਚ ਆਪਣੇ ਗਵਰਨਰ ਹੁੰਦੇ ਨੇ। ਇੱਥੋਂ ਤੱਕ ਕਲੀਅਰ ਆ ਗਵਰਨਰ ਦੀ ਆਪਾਂ ਨੂੰ ਕੀ ਲੋੜ ਆ। ਬਾਕੀ ਹੁਣ ਤੁਸੀਂ ਇਹਦੇ ਬਾਰੇ ਜਿਹੜੇ ਫੈਕਟ ਨੇ ਉਹ ਤੁਸੀਂ ਧਿਆਨ ਦੇ ਨਾਲ ਦੇਖਣੇ ਆ। ਤਾਂ ਦੇਖੋ, ਗਵਰਨਰ ਪਹਿਲਾਂ ਆਪਣਾ ਸੰਵਿਧਾਨ ਦੇ ਵਿੱਚ ਆ, ਇਹ ਹੈਗਾ ਕਿੰਨੇ ਪਾਰਟ ਦੇ ਵਿੱਚ ਆ, ਪਾਰਟ 6 ਦੇ ਵਿੱਚ ਆ। ਕਲੀਅਰ। ਹੁਣ ਜੇ ਦੇਖੀਏ ਤਾਂ ਇਹਦੇ ਨਾਲ ਆਰਟੀਕਲ ਕਿੰਨਾ ਡੀਲ ਕਰਦਾ, 153 ਤੋਂ ਲੈ ਕੇ 167 ਤੱਕ ਆਰਟੀਕਲ ਨੇ ਜਿਹੜੇ ਇਹ ਸਟੇਟ ਗਵਰਨਮੈਂਟ ਨਾਲ ਹੀ ਡੀਲ ਕਰਦੇ ਨੇ। ਇੱਥੋਂ ਤੱਕ ਸਾਨੂੰ ਬੜਾ ਕਲੀਅਰ ਹੋ ਗਿਆ। ਓਕੇ, ਤਾਂ ਇਸ ਤੋਂ ਬਾਅਦ ਦੇਖੋ, ਹੁਣ ਆਪਾਂ ਦੇਖੀਏ ਪਹਿਲਾਂ ਆਪਣੇ ਬੀਪੀ ਬਦਨੌਰ ਸੀਗੇ। ਠੀਕ ਆ, ਬੀਪੀ ਬਦਨੌਰ ਸੀਗੇ। ਬਟ ਹੁਣ ਕਰੰਟਲੀ ਕੌਣ ਨੇ, ਇਹ ਤੁਸੀਂ ਕਮੈਂਟ ਕਰਕੇ ਆਨਸਰ ਦੱਸਣਾ। ਕਰੰਟਲੀ ਆਪਣੇ ਪੰਜਾਬ ਦੇ ਗਵਰਨਰ ਕੌਣ ਨੇ, ਇਹ ਤੁਸੀਂ ਦੱਸਣਾ। ਮੈਂ ਤੁਹਾਨੂੰ ਇੰਨਾ ਦੱਸਤਾ ਵੀ ਪਹਿਲਾਂ ਬੀਪੀ ਬਦਨੌਰ ਸੀ, ਬਟ ਹੁਣੇ ਚੇਂਜ ਹੋ ਚੁੱਕੇ ਨੇ। ਤਾਂ ਆਰਟੀਕਲ ਕਲੀਅਰ ਹੋ ਗਏ, ਪਾਰਟ ਕਲੀਅਰ ਹੋ ਗਿਆ। ਤਾਂ ਹੁਣ ਦੇਖਦੇ ਆਪਾਂ ਵੀ ਜਿਵੇਂ ਆਪਣੇ ਸੈਂਟਰ ਦੇ ਵਿੱਚ ਪ੍ਰੈਜ਼ੀਡੈਂਟ ਹੁੰਦਾ, ਉਹਦੇ ਨਾਲ ਹੀ ਆਪਣੀ ਵਾਈਸ ਪ੍ਰੈਜ਼ੀਡੈਂਟ ਦੀ ਟਰਮ, ਤਾਂ ਕੀ ਆਪਣੇ ਵਾਈਸ ਗਵਰਨਰ ਦੀ ਟਰਮ ਹੈਗੀ ਆ? ਨੋ, ਵਾਈਸ ਗਵਰਨਰ ਦਾ ਕੋਈ ਵੀ ਪ੍ਰੋਵੀਜ਼ਨ ਨਹੀਂ ਹੈਗਾ। ਠੀਕ ਆ, ਇਹਦਾ ਨੋਟ ਕਰ ਲਿਓ ਤੁਸੀਂ। ਤਾਂ ਇਹਦਾ ਪ੍ਰੋਵੀਜ਼ਨ ਆਪਣੇ ਨਹੀਂ ਹੈਗਾ, ਵਾਈਸ ਗਵਰਨਰ ਦਾ ਪ੍ਰੋਵੀਜ਼ਨ ਨਹੀਂ ਹੈਗਾ। ਤਾਂ ਹੁਣ ਆਪਾਂ ਜੇ ਕਰੀਏ ਗੱਲ ਗਵਰਨਰ ਦੀ, ਗਵਰਨਰ ਬਾਰੇ ਪਹਿਲਾਂ ਆਪਾਂ 2-4 ਪੁਆਇੰਟ ਲਿਖ ਲਈਏ। ਪਹਿਲਾਂ ਤਾਂ ਆਪਣਾ ਇਹ ਚੀਫ ਐਗਜ਼ੀਕਿਊਟਿਵ ਹੁੰਦਾ, ਚੀਫ ਐਗਜ਼ੀਕਿਊਟਿਵ ਹੈੱਡ ਆਫ ਸਟੇਟ। ਤਾਂ ਐਗਜ਼ੀਕਿਊਟਿਵ ਹੈੱਡ ਆਪਣਾ ਕੌਣ ਹੁੰਦਾ, ਸਟੇਟ ਹੁੰਦਾ। ਬਟ ਇਹ ਵੀ ਤੁਸੀਂ ਧਿਆਨ ਰੱਖਣਾ, ਜਿਵੇਂ ਪ੍ਰੈਜ਼ੀਡੈਂਟ ਸਾਹਿਬ ਹੁੰਦੇ ਆ ਨਾ, ਨੋਮੀਨਲ ਮਤਲਬ ਕਿ ਨਾ ਮਾਤਰ, ਜਾਂ ਫਿਰ ਕੱਲੇ ਕੌਂਸਟੀਟਿਊਸ਼ਨਲ ਹੈੱਡ, ਕਿਉਂਕਿ ਕੰਮ ਤਾਂ ਆਪਣੇ ਸਾਰੇ ਪੀਐਮ ਕਰਦੇ ਆ, ਇੱਥੇ ਸੀਐਮ ਕਰਦੇ ਆ, ਬਟ ਪਾਵਰ ਇਹਨਾਂ ਦੀ ਹੁੰਦੀ ਆ। ਪਰ ਇਹ ਤਾਂ ਇੱਥੇ ਨਾ ਮਾਤਰੀ ਮੂਹਰੇ ਹੁੰਦੇ ਆ, ਤਾਂ ਕਰਕੇ ਇਹਨਾਂ ਨੂੰ ਅਸੀਂ ਕਹਿੰਦੇ ਆ ਵੀ ਨੋਮੀਨਲ ਜਾਂ ਫਿਰ ਇਹ ਕੌਂਸਟੀਟਿਊਸ਼ਨਲ ਹੈੱਡ ਹੀ ਹੁੰਦੇ ਆ। ਤਾਂ ਆਪਣਾ ਜਿਹੜਾ ਗਵਰਨਰ ਆ ਉਹ ਚੀਫ ਐਗਜ਼ੀਕਿਊਟਿਵ ਹੈੱਡ ਆਫ ਸਟੇਟ ਹੁੰਦਾ। ਕਲੀਅਰ। ਅੱਗੇ ਦੇਖੋ, ਇਹਨੂੰ ਆਪਾਂ ਕਹਿੰਦੇ ਆ ਇਹ ਏਜੰਟ ਹੁੰਦਾ ਸੈਂਟਰ ਗਵਰਨਮੈਂਟ ਦਾ। ਠੀਕ ਆ, ਤਾਂ ਕਰਕੇ ਕਹਿੰਦੇ ਆ ਵੀ ਜਿਹੜਾ ਤਾਂ ਆਫਿਸ ਆ ਉਹਦਾ ਡੂਅਲ ਰੋਲ ਹੁੰਦਾ। ਆਹ ਤੁਸੀਂ ਗਵਰਨਰ ਦੇ ਬਾਰੇ ਪਹਿਲਾਂ ਬੇਸਿਕ ਫੈਕਟ ਨੇ ਜਿਹੜੇ, ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਇੱਕ ਮੈਂ ਤੁਹਾਨੂੰ ਹੁਣੀ ਗੱਲ ਕਲੀਅਰ ਕਰਦਾ। ਦੇਖੋ, ਪਹਿਲਾਂ ਆਪਣੇ ਸਟੇਟ ਦੇ ਵਿੱਚ ਜਦੋਂ ਸੰਵਿਧਾਨ ਆਪਣਾ ਬਣਿਆ ਸੀ, ਠੀਕ ਆ, ਸਟਾਰਟਿੰਗ ਦੇ ਵਿੱਚ ਆਪਣੇ ਹਰ ਸਟੇਟ ਦਾ ਆਪਣਾ ਗਵਰਨਰ ਹੁੰਦਾ ਸੀ। ਠੀਕ ਆ, ਫਿਰ ਇਹ ਤੋਂ ਬਾਅਦ 'ਚ ਕੀ ਕੀਤਾ, ਇੱਕ ਲਿਆਂਦੀ ਗਈ ਅਮੈਂਡਮੈਂਟ। ਕਿਹੜੀ ਅਮੈਂਡਮੈਂਟ? 7ਵੇਂ ਨੰਬਰ ਦੀ। ਠੀਕ ਆ, ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ, ਇਹ ਆਈ ਸੀ ਆਪਣੀ 1957 ਦੇ ਵਿੱਚ। ਇਹ ਅਮੈਂਡਮੈਂਟ ਦੇ ਨਾਲ ਕੀ ਕਿਹਾ ਵੀ ਚਾਹੇ ਸਿੰਗਲ ਪਰਸਨ ਆ ਕੋਈ, ਠੀਕ ਆ, ਮਤਲਬ ਕਿ ਸਿੰਗਲ ਗਵਰਨਰ ਆ, ਉਹ
2 ਔਰ ਮੋਰ ਦੈਨ, ਜਾਂ ਫਿਰ 1 ਔਰ ਮੋਰ ਦੈਨ 1, ਠੀਕ ਆ। ਤਾਂ ਇਹਨਾਂ ਤੋਂ ਜ਼ਿਆਦਾ ਸਟੇਟਸ ਦਾ ਉਹ ਗਵਰਨਰ ਬਣ ਸਕਦਾ। ਆਹ ਅਮੈਂਡਮੈਂਟ ਇਹਨਾਂ ਦੇ ਨਾਲ ਜੁੜਦੀ ਆ, ਤਾਂ ਅਮੈਂਡਮੈਂਟ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ 1 ਜਾਂ 2 ਰਾਜਾਂ ਦਾ ਉਹ ਬਣ ਸਕਦਾ। ਕਲੀਅਰ ਆ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਨਿਯੁਕਤੀ ਦੀ। ਹੁਣ ਇਹਨਾਂ ਦੀ ਅਪੋਇੰਟਮੈਂਟ ਕਿਵੇਂ ਹੁੰਦੀ ਆ, ਤਾਂ ਇਹਨੂੰ ਤੁਸੀਂ ਧਿਆਨ ਦੇ ਨਾਲ ਦੇਖੋ। ਜੇ ਤਾਂ ਕਿਸੇ ਦਾ ਵੈਸੇ ਹੀ ਐਗਜ਼ਾਮ ਆ ਹੈ ਨਾ, ਛੋਟਾ ਮੋਟਾ ਐਗਜ਼ਾਮ ਆ, ਉਹ ਤਾਂ ਇੱਥੋਂ ਹੀ ਕਰ ਲਏ ਵੀ ਇਹਨਾਂ ਨੂੰ ਅਪੋਇੰਟ ਕਰਦੇ ਨੇ ਪ੍ਰੈਜ਼ੀਡੈਂਟ ਸਾਹਿਬ। ਪਰ ਅਗਰ ਤੁਸੀਂ PPSC UPSC SSC ਵਾਲੇ ਹੋ, ਜਿੱਥੇ ਥੋੜ੍ਹਾ ਜਿਹਾ ਮਤਲਬ ਕਿ ਪੁੱਛਣ ਦਾ ਲੈਵਲ ਆ ਜਿਹੜਾ ਉਹ ਟਫ ਹੁੰਦਾ, ਤਾਂ ਉੱਥੇ ਤੁਸੀਂ ਹੁਣ ਇਹਨੂੰ ਧਿਆਨ ਦੇ ਨਾਲ ਸੁਣਨਾ ਨਹੀਂ। ਬਾਕੀਆਂ ਦੇ ਲਈ ਅਪੋਇੰਟਮੈਂਟ ਪ੍ਰੈਜ਼ੀਡੈਂਟ ਸਾਹਿਬ ਕਰਦੇ ਹੋ, ਬਸ ਇੰਨਾ ਕੁ ਨੋਟ ਪਾ ਕੇ ਆਪਦਾ ਲਿਖ ਲਓ, ਤੁਸੀਂ ਉਹਨੂੰ ਛੱਡ ਦਿਓ। ਹੁਣ ਬਾਕੀ ਧਿਆਨ ਦੇਣਾ ਇਹਦੇ 'ਤੇ। ਆਪਣੇ ਜਿਹੜੀ ਅਪੋਇੰਟਮੈਂਟ ਹੈ ਇਹਦੀ, ਜਾਂ ਫਿਰ ਆਪਾਂ ਕਹਿ ਲਓ ਤੁਸੀਂ ਨਿਯੁਕਤੀ ਆ, ਪਹਿਲਾਂ ਅਪੋਇੰਟਮੈਂਟ ਆਪਾਂ ਲਿਖ ਲਈਏ। ਬਾਕੀਆਂ ਲਈ ਜਿਵੇਂ ਜਿੰਨੀ ਕੁ ਸਾਰਿਆਂ ਲਈ ਬਣਦੀ ਆ ਤੁਹਾਡੀ, ਕੌਣ ਕਰਦੇ ਆ, ਪ੍ਰੈਜ਼ੀਡੈਂਟ, ਠੀਕ ਆ। ਤਾਂ ਵਾਰੰਟ ਦੇ ਦਿੰਦੇ ਆ, ਸੀਲ ਮਤਲਬ ਹੋਇਆ ਹੁੰਦਾ ਉਹ ਇਹਨਾਂ ਦੇ ਹੱਥ 'ਚ ਦੇ ਦਿੰਦੇ ਆ, ਤਾਂ ਕਰਕੇ ਕਹਿੰਦੇ ਆ ਵੀ ਕੇਂਦਰ ਸਰਕਾਰ ਦਾ ਇਹ ਨੋਮੀਨੀ ਹੁੰਦਾ ਗਾ। ਤਾਂ ਹੁਣ ਇਹ ਕਿਵੇਂ ਚੁਣਿਆ ਜਾਂਦਾ, ਇਹਨਾਂ ਦੀ ਚੋਣ ਕਿਵੇਂ ਹੁੰਦੀ ਆ, ਨਾ ਤਾਂ ਹੁੰਦੀ ਆ ਇਹ ਡਾਇਰੈਕਟਲੀ, ਮਤਲਬ ਕਿ ਲੋਕ ਆਪ ਨਹੀਂ ਚੁਣਦੇ, ਅਤੇ ਨਾ ਹੀ ਹੁੰਦੀ ਆ ਇਹ ਇਲੈਕਟਰਲ ਕੋਲੇਜ ਨਾਲ, ਠੀਕ ਆ। ਅਤੇ ਨਾ ਹੀ ਇਹ ਹੁੰਦੀ ਆ ਇਨਡਾਇਰੈਕਟਲੀ। ਇੰਡਾਇਰੈਕਟਲੀ ਹੁੰਦਾ ਵੀ ਜਿਹੜੇ ਲੋਕ ਚੁਣ ਦਿੰਦੇ, ਬਾਅਦ 'ਚੋਂ ਆਪਣੇ 'ਚੋਂ ਚੁਣ ਦਿੰਦੇ ਆ, ਅਤੇ ਇਲੈਕਟਰਲ ਕਾਲਜ ਵਾਲਾ ਹੁੰਦਾ ਮਤਲਬ ਕਿ ਉਹ ਵੀ ਵੋਟਾਂ ਵਾਲਾ ਸਿਸਟਮ ਹੁੰਦਾ। ਤਾਂ ਇਹਦੇ 'ਚ ਕੀ ਆ, ਮਤਲਬ ਤਿੰਨਾਂ ਦੇ ਵਿੱਚੋਂ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਚੋਣ ਆ ਉਹ ਨਹੀਂ ਹੁੰਦੀ। ਤਾਂ ਇਹਨੂੰ ਅਪੋਇੰਟ ਕੌਣ ਕਰਦੇ, ਆਪਣੇ ਪ੍ਰੈਜ਼ੀਡੈਂਟ ਸਾਹਿਬ ਕਰਦੇ ਆ। ਤਾਂ ਹੁਣ ਇਹਦੇ ਨਾਲ ਦੇਖੋ ਤੁਸੀਂ, ਜਦੋਂ ਆਪਣਾ ਡਰਾਫਟ ਬਣ ਰਿਹਾ ਸੀ ਸੰਵਿਧਾਨ ਦਾ, ਠੀਕ ਆ, ਜਦੋਂ ਆਪਣੇ ਸੰਵਿਧਾਨ ਦਾ ਡਰਾਫਟ ਬਣ ਰਿਹਾ ਸੀ, ਤਾਂ ਜਿਹੜੀ ਗਵਰਨਰ ਦੀ ਚੋਣ ਸੀ, ਤਾਂ ਉਹ ਕਹਿੰਦੇ ਵੀ ਆਪਾਂ ਇਹਨੂੰ ਡਾਇਰੈਕਟ ਇਲੈਕਸ਼ਨ ਕਰਾ ਦਿੰਦੇ ਆ, ਠੀਕ ਆ। ਡਰਾਫਟ ਦੇ ਵਿੱਚ ਕਿਹੜਾ ਪ੍ਰੋਵੀਜ਼ਨ ਰੱਖਿਆ ਵੀ ਕਿਉਂ ਨਾ ਆਪਾਂ ਡਾਇਰੈਕਟ ਇਲੈਕਸ਼ਨ ਹੀ ਕਰਵਾ ਦਈਏ, ਠੀਕ ਆ, ਜਿਵੇਂ ਕਿ ਅਡਲਟ ਸਫਰੇਜ ਦੇ ਆਧਾਰਿਤ ਹੁੰਦਾ ਨਾ। ਤਾਂ ਸਾਡੀ ਸੰਵਿਧਾਨ ਕਮੇਟੀ ਸੀ, ਉਹ ਕਹਿੰਦੀ ਵੀ ਨਹੀਂ, ਆਪਣਾ ਡਾਇਰੈਕਟ ਇਲੈਕਸ਼ਨ ਵਾਲਾ ਤਾਂ ਨਹੀਂ ਆਉਣਾ ਕੰਮ ਲੋਟ। ਤਾਂ ਇਹਨਾਂ ਨੇ ਡਾਇਰੈਕਟ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਸੀਗਾ ਉਹਨੂੰ ਆਪਟ ਨਹੀਂ ਕੀਤਾ, ਛੱਡਤਾ। ਤਾਂ ਫਿਰ ਇਹ ਤੋਂ ਬਾਅਦ 'ਚ ਇੱਕ ਸਟੇਟਮੈਂਟ ਬਣਦੀ ਆ ਵੀ ਇੱਕ ਤਾਂ ਸੀਗਾ USA ਮਾਡਲ, ਇੱਕ ਸੀਗਾ ਕੈਨੇਡੀਅਨ ਮਾਡਲ। ਤਾਂ ਹੁਣ ਅਸੀਂ ਕਿਹੜਾ ਮਾਡਲ ਨੂੰ ਅਡੋਪਟ ਕੀਤਾ ਹੋਇਆ, ਤਾਂ ਅਸੀਂ ਅਡੋਪਟ ਕੀਤਾ USA ਵਾਲੇ ਨੂੰ ਨਹੀਂ ਕੀਤਾ, ਅਸੀਂ ਕੈਨੇਡੀਅਨ ਮਾਡਲ ਆ ਜਿਹੜਾ ਉਹਨੂੰ ਅਡੋਪਟ ਕੀਤਾ। ਹੁਣ ਜਿਹੜਾ USA ਆ, ਉੱਥੇ ਦਾ ਗਵਰਨਰ ਡਾਇਰੈਕਟ ਚੁਣਿਆ ਜਾਂਦਾ। USA ਦੇ ਵਿੱਚ ਜਿਹੜਾ ਗਵਰਨਰ ਆ ਉਹ ਕਿਵੇਂ ਆਉਂਦਾ, ਡਾਇਰੈਕਟ ਆਉਂਦਾ। ਪਰ ਆਪਾਂ ਸਾਫ਼ ਕਿਹਾ ਵੀ ਆਪਾਂ ਤਾਂ ਡਾਇਰੈਕਟਲੀ ਚੁਣਦੇ ਹੀ ਨਹੀਂ, ਠੀਕ ਆ। ਤਾਂ ਆ ਜਿਹੜਾ ਕੈਨੇਡੀਅਨ ਮਾਡਲ ਬੇਸ ਆ, ਉੱਥੇ ਸੈਂਟਰ ਦੁਆਰਾ ਅਪੋਇੰਟ ਕੀਤਾ ਜਾਂਦਾ, ਠੀਕ ਆ। ਸੈਂਟਰ ਦੁਆਰਾ, ਜਾਣੀ ਕਿ ਉੱਥੋਂ ਦਾ ਗਵਰਨਰ ਜਨਰਲ ਹੁੰਦਾ ਜਿਹੜਾ ਸੈਂਟਰ ਦਾ, ਤਾਂ ਉਹਦੇ ਦੁਆਰਾ ਅਪੋਇੰਟ ਕੀਤਾ ਜਾਂਦਾ। ਅਸੀਂ ਕਿਹਨੂੰ ਅਡੋਪਟ ਕੀਤਾ, ਅਸੀਂ ਕੀਤਾ ਕੈਨੇਡੀਅਨ ਮਾਡਲ ਨੂੰ। ਇੱਥੋਂ ਤੱਕ ਤੁਹਾਨੂੰ ਕਲੀਅਰ ਹੋ ਗਿਆ। ਔਰ ਇੱਕ ਤੁਸੀਂ ਗੱਲ ਧਿਆਨ 'ਚ ਰੱਖਣੀ ਆ ਇਹਨਾਂ ਦੀ ਓਥ ਨੂੰ ਲੈ ਕੇ। ਓਥ ਦਾ ਮਤਲਬ ਹੁੰਦਾ ਵੀ ਇਹਨਾਂ ਨੂੰ ਸਹੁੰ ਕੌਣ ਖਵਾਉਂਦਾ, ਇਹਨਾਂ ਨੂੰ ਸਹੁੰ ਖਵਾਈ ਜਾਂਦੀ ਆ ਹਾਈ ਕੋਰਟ, ਜਿਹੜੀ ਮਤਲਬ ਕਿ ਸੰਬੰਧਿਤ ਸਟੇਟ ਆ ਕੋਈ ਵੀ, ਤਾਂ ਉਹ ਹਾਈ ਕੋਰਟ ਦਾ ਜਿਹੜਾ ਵੀ ਮਤਲਬ ਕਿ ਸਭ ਤੋਂ ਸੀਨੀਅਰ ਜਾਂ ਚੀਫ ਜੱਜ ਹੁੰਦਾ, ਚੀਫ ਜਸਟਿਸ ਆਫ ਦੈਟ ਕੋਰਟ, ਉਹ ਇਹਨੂੰ ਸਹੁੰ ਖਵਾਉਂਦੇ ਨੇ। ਜਿਵੇਂ ਕਿ ਐਗਜ਼ੀਕਿਊਟਿਵ ਦੇ ਦਫ਼ਤਰ ਦੇ ਵਿੱਚ ਫੇਥਫੁਲੀ ਕੰਮ ਕਰਨਾ, ਸੰਵਿਧਾਨ ਅਤੇ ਲਾਅ ਨੂੰ ਬਚਾਉਣਾ, ਆਪਣੇ ਆਪ ਨੂੰ ਮਤਲਬ ਕਿ ਪੀਪਲ ਵੈਲਬੀਇੰਗ ਹੋ ਸਕਣ, ਹੈ ਨਾ, ਤਾਂ ਜੋ ਆਪਣਾ ਮਤਲਬ ਕਿ ਆਪ ਪੂਰਾ ਦੇਣਾ, ਤਾਂ ਇਹ ਇਹਨੂੰ ਸਹੁੰ ਖਵਾਈ ਜਾਂਦੀ ਆ। ਤਾਂ ਇੱਥੋਂ ਤੱਕ ਤੁਹਾਨੂੰ ਕਲੀਅਰ ਆ। ਤਾਂ ਬਾਕੀ ਦੇਖੋ, ਜਦੋਂ ਆਪਾਂ ਕਿਹਾ ਵੀ ਇਹ ਕੇਂਦਰ ਸਰਕਾਰ ਦਾ ਨੋਮੀਨੀ ਹੁੰਦਾ, ਕਿਉਂਕਿ ਕੇਂਦਰ ਸਰਕਾਰ ਜਿਹੜੀ ਉਹ ਮਤਲਬ ਕਿ ਪ੍ਰੈਜ਼ੀਡੈਂਟ ਸਾਹਿਬ ਨੇ ਉਹਨੂੰ ਅਪੋਇੰਟ ਕਰਦੇ ਨੇ। ਤਾਂ 1979 ਦੇ ਵਿੱਚ ਸੁਪਰੀਮ ਕੋਰਟ ਨੇ ਕਲੀਅਰ ਕਰਤਾ ਸੀ ਵੀ ਜਿਹੜਾ ਦਫ਼ਤਰ ਆ ਇਹ ਇੰਪਲੋਇਮੈਂਟ ਅੰਡਰ ਨਹੀਂ ਹੈਗਾ ਕੇਂਦਰ ਸਰਕਾਰ ਦੇ, ਬਲਕਿ ਇਹ ਇੰਡੀਪੈਂਡੈਂਟ ਆ, ਸੰਵਿਧਾਨਿਕ ਆਫਿਸ ਆ, ਤਾਂ ਕਰਕੇ ਵੀ ਕੇਂਦਰ ਸਰਕਾਰ ਦੇ ਕੰਟਰੋਲ ਦੇ ਵਿੱਚ ਹੈ ਨਹੀਂ, ਉਦੋਂ ਇਹ ਫ੍ਰੀ ਹੋ ਕੇ ਕੰਮ ਕਰੂਗਾ, ਆਪਦਾ ਸੁਤੰਤਰ ਹੋ ਕੇ ਕੰਮ ਕਰੂਗਾ। ਇੱਥੋਂ ਤੱਕ ਉਮੀਦ ਕਰਦਾ ਵੀ ਤੁਹਾਨੂੰ ਇੰਨੇ ਪੁਆਇੰਟ ਬੜੇ ਕਲੀਅਰ ਹੋ ਗਏ ਹੋਣਗੇ। ਹੁਣ ਦੇਖਦੇ ਆਪਾਂ ਇਹਦੀਆਂ ਯੋਗਤਾਵਾਂ ਕੀ ਨੇ। ਹੁਣ ਆਪਾਂ ਕਾਹਦੀ ਗੱਲ ਕਰਨੀ ਆ, ਕੁਆਲੀਫਿਕੇਸ਼ਨਸ। ਹੁਣ ਆਪਾਂ ਗੱਲ ਕਰ ਰਹੇ ਹਾਂ ਇਹਨਾਂ ਦੀ ਕੁਆਲੀਫਿਕੇਸ਼ਨਸ ਦੀ। ਤਾਂ ਇਹਨਾਂ ਨੂੰ ਆਪਾਂ ਕਹਿੰਦੇ ਮਤਲਬ ਕਿ ਯੋਗਤਾਵਾਂ ਕੀ ਨੇ। ਜੇ ਆਪਾਂ ਦੇਖੀਏ ਇਨ ਕੌਨਸਟੀਟਿਊਸ਼ਨ, ਆਪਣੇ ਸੰਵਿਧਾਨ ਦੇ ਵਿੱਚ ਸਿਰਫ 2 ਯੋਗਤਾਵਾਂ ਨੇ। ਪਹਿਲਾ ਸਿਟੀਜ਼ਨ ਹੋਵੇ, ਦੂਸਰਾ ਏਜ 35 ਹੋਵੇ, ਠੀਕ ਆ। ਮਤਲਬ ਘੱਟੋ ਘੱਟ ਮਿਨੀਮਮ ਏਜ ਦੱਸੀ ਆ ਵੀ ਇੰਨੀ ਕੁ ਹੋਣੀ ਚਾਹੀਦੀ ਆ। ਕਲੀਅਰ ਬਈ। ਹੁਣ ਤੁਹਾਨੂੰ ਇਹਦੀ ਸਹੁੰ ਦਾ ਪਤਾ ਲੱਗ ਗਿਆ, ਤੁਹਾਨੂੰ ਇਹ ਪਤਾ ਲੱਗ ਗਿਆ ਵੀ ਕਦੋਂ ਤੋਂ 1 ਤੋਂ ਵੱਧ 2 ਸਟੇਟਾਂ ਦਾ ਬਣਿਆ, ਤੁਹਾਨੂੰ ਇਹ ਪਤਾ ਲੱਗ ਗਿਆ ਅਪੋਇੰਟਮੈਂਟ ਕਿਵੇਂ ਹੁੰਦੀ ਆ, ਡਾਇਰੈਕਟ ਕਰਦੇ ਆ ਕਿਉਂ ਨਹੀਂ ਕਰਦੇ, ਅਤੇ ਆਪਾਂ ਕੈਨੇਡੀਅਨ ਮਾਡਲ ਲਿਆ ਜਾਂ USA ਮਾਡਲ ਲਿਆ, ਤੁਹਾਨੂੰ ਇਹ ਵੀ ਕਲੀਅਰ ਹੋ ਗਿਆ।
ਤੇ ਉੱਥੇ ਕਿਵੇਂ ਹੁੰਦਾ ਤੁਹਾਨੂੰ ਇਹ ਵੀ ਕਲੀਅਰ ਹੋ ਗਿਆ। ਤਾਂ ਹੁਣ ਆਪਾਂ ਯੋਗਤਾ ਦੀ ਗੱਲ ਕਰ ਰਹੇ ਹਾਂ, ਔਰ ਇਹਦੇ ਵਿੱਚ ਇਹ ਤਾਂ ਵੈਸੇ ਹੈਗੇ ਨੇ ਜਿਹੜੇ ਆਪਣੇ ਸੰਵਿਧਾਨ ਦੇ ਵਿੱਚ ਤਾਂ ਸਿਰਫ 2 ਨੇ, ਪਰ ਇਹਨਾਂ ਤੋਂ ਬਿਨਾਂ ਪ੍ਰੋਵੀਜ਼ਨ ਆਪਣੇ ਕੋਲ ਹੋਰ ਵੀ ਨੇ, ਠੀਕ ਆ। ਜਿਵੇਂ ਕਿ ਦੇਖੋ ਵੀ ਉਹ ਜਿਹੜੀ ਸਟੇਟ ਦੇ ਮੰਨ ਲਓ ਜਿਵੇਂ ਪੰਜਾਬ ਦਾ ਗਵਰਨਰ ਆਪਾਂ ਅਪੋਇੰਟ ਕਰ ਰਹੇ ਹਾਂ, ਤਾਂ ਇੱਥੇ ਕੰਡੀਸ਼ਨ ਕੀ ਆ ਵੀ ਉਹ ਪੰਜਾਬ ਦਾ ਨਾ ਹੋਵੇ, ਮਤਲਬ ਜਿਹੜੀ ਸਟੇਟ ਦੇ ਵਿੱਚ ਹੋਣਾ ਉਹ ਸਟੇਟ ਦਾ ਸੰਬੰਧਿਤ ਉਹ ਨਹੀਂ ਹੋਣਾ ਚਾਹੀਦਾ, ਤਾਂ ਜੋ ਉੱਥੋਂ ਦੀ ਉਹ ਪੋਲੀਟਿਕਸ ਦਾ ਹਿੱਸਾ ਨਾ ਹੋਵੇ, ਕਿਉਂਕਿ ਸਾਰਾ ਕੁਝ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ। ਅਗਰ ਉਹ ਉੱਥੋਂ ਦੇ ਹੋਣਗੇ ਤਾਂ ਉੱਥੋਂ ਦੀ ਪੋਲੀਟਿਕਸ ਜਾਂ ਫਿਰ ਹੋਰ ਚੀਜ਼ਾਂ ਦੇ ਨਾਲ ਉਹ ਸੰਬੰਧ ਹੋ ਸਕਦਾ, ਤਾਂ ਕਰਕੇ ਵੀ ਇਹਨਾਂ ਨੇ ਕਿਹਾ ਵਾ ਵੀ ਉਹ ਸਟੇਟ ਦਾ ਨਹੀਂ ਹੋਣਾ ਚਾਹੀਦਾ। ਤੇ ਔਰ ਇਹਦੇ ਲਈ ਇੱਕ ਹੋਰ ਐਕਸਟਰਾ ਤੋਂ ਜਿਹੜੀ ਕੰਡੀਸ਼ਨ ਆ ਉਹ ਮੈਂ ਪਲੱਸ ਪਾ ਕੇ ਲਿਖ ਰਿਹਾ, ਉਹ ਕੀ ਹੁੰਦੀ ਆ ਵੀ ਜਦੋਂ ਆਪਣੇ P52 ਜਾਣੀ ਕਿ ਇਹਦਾ ਮਤਲਬ ਹਮੇਸ਼ਾ ਯਾਦ ਰੱਖਿਓ ਵੀ ਮੈਂ ਇਹਨੂੰ ਪ੍ਰੈਜ਼ੀਡੈਂਟ ਸਾਹਿਬ ਲਿਖਦਾ, P52 ਤਾਂ ਲਿਖ ਦਿੰਦਾ ਵੀ ਤੁਹਾਨੂੰ ਆਰਟੀਕਲ ਜਿਹੜਾ ਉਹ ਰਟ ਜੂਗਾ ਵੀ P52 ਦੇ ਵਿੱਚ ਆਪਣਾ ਇਹ ਆ। ਤਾਂ ਹੁਣ ਦੇਖੋ ਵੀ ਜਦੋਂ ਆਪਣਾ ਰਾਸ਼ਟਰਪਤੀ ਅਪੋਇੰਟ ਕਰਦਾ ਤਾਂ ਉਹ CM ਦੇ ਨਾਲ ਕੀ ਕਰੂਗਾ, ਉਹ ਸਟੇਟ ਦੀ CM ਨਾਲ ਕੰਸਲਟ ਕਰੇਗਾ। ਕਲੀਅਰ ਆ ਇਹਦੀਆਂ ਯੋਗਤਾਵਾਂ ਨੇ। ਹੁਣ ਦੇਖੋ ਕਿਵੇਂ ਤੋਂ ਮਰਜ਼ੀ ਇਹਨੂੰ ਉਲਝਾ ਕੇ ਸਟੇਟਮੈਂਟ ਪਾ ਦੇਣ, ਤੁਹਾਨੂੰ ਕਿਵੇਂ ਮਰਜ਼ੀ ਕੰਡੀਸ਼ਨਾਂ ਰੱਖ ਦੇਣ, ਤਾਂ ਤੁਹਾਨੂੰ ਮੈਂ ਕੱਲਾ ਪੁਆਇੰਟ ਕਲੀਅਰ ਕਰਵਾਤਾ। ਦੇਖੋ ਤੁਹਾਨੂੰ ਸੰਵਿਧਾਨ ਦੇ ਵਿੱਚ ਸਿਰਫ 2 ਆਉਂਦੀਆਂ ਨੇ ਵੀ ਸਿਟੀਜ਼ਨ ਹੋਵੇ, ਉਮਰ 35 ਸਾਲ ਹੋਵੇ ਘੱਟੋ ਘੱਟ, ਪਰ ਆਪਾਂ ਪੰਜਾਬ ਦਾ ਗਵਰਨਰ ਆ ਤਾਂ ਪੰਜਾਬ ਸਟੇਟ ਦਾ ਹੋਣਾ ਨਹੀਂ ਚਾਹੀਦਾ। ਈਵਨ ਪੰਜਾਬ ਦੀ ਤਾਂ ਐਗਜ਼ਾਮਪਲ ਲਈ ਆਪਾਂ, ਕਿਸੇ ਵੀ ਸਟੇਟ ਦਾ ਹੋ ਸਕਦਾ ਪਰ ਉਹ ਸਟੇਟ ਦੇ ਵਿੱਚ ਦਾ ਨਹੀਂ ਹੋਣਾ ਚਾਹੀਦਾ। ਉਹ ਜੇ ਰਾਜਸਥਾਨ ਹਰਿਆਣਾ ਕੋਈ ਵੀ ਹੋਵੇ। ਤਾਂ ਇੱਕ ਹੋਰ ਕੀ ਹੈ ਵੀ ਜਦੋਂ P52 ਜਾਣੀ ਕਿ ਪ੍ਰੈਜ਼ੀਡੈਂਟ ਸਾਹਿਬ ਅਪੋਇੰਟ ਕਰਨਗੇ ਤਾਂ ਉਹ ਸਟੇਟ ਸੰਬੰਧਿਤ ਸਟੇਟ ਆ ਜਿਹੜੀ ਰਿਲੇਟਡ ਸਟੇਟ ਆ ਉਹਦੇ CM ਨਾਲ ਕੰਸਲਟ ਕਰਨਗੇ। ਆ ਇਹਨਾਂ ਦੀਆਂ ਨੇ ਯੋਗਤਾਵਾਂ। ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹਨਾਂ ਦੇ ਆਫਿਸ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਉਹ ਕੀ ਨੇ, ਠੀਕ ਆ। ਕੰਡੀਸ਼ਨਸ ਆਫ ਗਵਰਨਰਸ ਆਫਿਸ। ਤਾਂ ਹੁਣ ਇੱਥੇ ਜਿਹੜੀਆਂ ਕੰਡੀਸ਼ਨਸ ਨੇ ਉਹਨਾਂ ਨੂੰ ਵੀ ਤੁਸੀਂ ਧਿਆਨ ਦੇ ਨਾਲ ਨੋਟ ਕਰੋ, ਔਰ ਆਪਣੇ ਨੋਟਸ ਆਪਣੇ ਆਪ ਹੱਥ ਨਾਲ ਪ੍ਰਪੇਅਰ ਕਰਿਆ ਕਰੋ, ਤਾਂ ਜੋ ਤੁਹਾਨੂੰ ਜਦੋਂ ਤੁਸੀਂ ਰਿਵਾਈਜ਼ ਕਰਨਾ ਉਦੋਂ ਤੁਹਾਨੂੰ ਬੜੀ ਈਜ਼ੀਲੀ ਹੋ ਜਾਣ। ਤਾਂ ਹੁਣ ਦੇਖਦੇ ਹਾਂ ਵੀ ਪਹਿਲੇ ਨੰਬਰ 'ਤੇ ਕੀ ਆ, ਉਹ ਸੰਸਦ ਜਾਣੀ ਕਿ ਪਾਰਲੀਮੈਂਟ, ਇਹਦਾ ਵੀ ਮੈਂਬਰ ਨਹੀਂ ਹੋਣਾ ਚਾਹੀਦਾ, ਠੀਕ ਆ। ਇਹਦਾ ਮੈਂਬਰ ਨਹੀਂ ਹੋਣਾ ਚਾਹੀਦਾ, ਅਤੇ ਨਾ ਹੀ ਉਹ ਸਟੇਟ ਦੇ ਵਿੱਚ ਲੈਜਿਸਲੇਟਿਵ, ਇਹਦਾ ਵੀ ਮੈਂਬਰ ਨਹੀਂ ਹੋਣਾ ਚਾਹੀਦਾ, ਠੀਕ ਆ। ਬਾਕੀ ਜੇ ਇਹਨਾਂ 'ਚੋਂ ਕਿਸੇ ਦਾ ਵੀ ਮੈਂਬਰ ਹੈਗਾ, ਜੇ ਕਿਸੇ ਦਾ ਵੀ ਮੈਂਬਰ ਹੈਗਾ ਤਾਂ ਜਦੋਂ ਗਵਰਨਰ ਅਪੋਇੰਟ ਹੋ ਗਿਆ, ਵੈਨ ਅਪੋਇੰਟਡ ਐਜ਼ ਗਵਰਨਰ, ਤਾਂ ਇਸ ਤੋਂ ਬਾਅਦ ਸੀਟ ਆ ਜਿਹੜੀ ਵਕੇਟ ਕਰਨੀ ਪਵੇਗੀ। ਤਾਂ ਉਹ ਜਿਹੜੀ ਸੀਟ ਹੋਊਗੀ ਫਿਰ ਉਹ ਖਾਲੀ ਕਰਨੀ ਆ। ਇਹ ਇਹਦੀ ਪਹਿਲੀ ਕੰਡੀਸ਼ਨ ਆ ਇਹਨਾਂ ਦੇ ਦਫ਼ਤਰ ਦੀ। ਤਾਂ ਤੁਹਾਨੂੰ ਕਲੀਅਰ ਹੋ ਗਿਆ। ਬਾਕੀ ਜਿਹੜਾ ਮੈਂ ਤੁਹਾਨੂੰ ਕੁਐਸਚਨ ਦੱਸਿਆ ਸੀ ਉਹਦਾ ਤੁਹਾਨੂੰ ਆਈ ਥਿੰਕ ਅੱਧਾ ਆਨਸਰ ਮਿਲ ਗਿਆ ਹੋਊਗਾ, ਇੱਕ ਸਟੇਟਮੈਂਟ ਉਹਦੀ ਕਲੀਅਰ ਹੋ ਗਈ ਹੋਊਗੀ। ਹੁਣ ਵੀਡੀਓ ਨੂੰ ਤੁਸੀਂ ਪਿੱਛੇ ਜਾ ਕੇ ਨਹੀਂ ਦੇਖਣਾ, ਹੁਣ ਐਂਡ 'ਤੇ ਜਾ ਕੇ ਮੈਂ ਤੁਹਾਨੂੰ ਦੁਬਾਰੇ ਕੁਐਸਚਨ ਦਿਖਾ ਦੂੰਗਾ, ਉੱਥੋਂ ਦੇਖ ਲਿਓ। ਤਾਂ ਪਹਿਲੀ ਗੱਲ ਤਾਂ ਉਹ ਸੰਸਦ ਦਾ ਮੈਂਬਰ ਨਹੀਂ ਹੋਣਾ ਚਾਹੀਦਾ। ਦੂਸਰਾ ਸਟੇਟ ਲੈਜਿਸਲੇਚਰ ਆ ਜਾਂ ਲੈਜਿਸਲੇਟਿਵ ਆ ਕਿਸੇ ਵੀ ਸਟੇਟ ਦਾ, ਉਹਦੇ ਵਿੱਚ ਵੀ ਉਹ MP MLA ਨਹੀਂ ਹੋਣਾ ਚਾਹੀਦਾ। ਬਾਕੀ ਜੇ ਉਹ ਕਿਸੇ ਦਾ ਵੀ ਹੈਗਾ ਗਾ ਤਾਂ ਜਦੋਂ ਹੀ ਉਹ ਅਪੋਇੰਟ ਹੋ ਜਾਂਦੇ ਆ ਤਾਂ ਦੈਨ ਉਹਨਾਂ ਨੂੰ ਆਪਣੀ ਜਿਹੜੀ ਸੀਟ ਆ ਉਹ ਖਾਲੀ ਕਰਨੀ ਪੈਂਦੀ ਆ। ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਦੂਸਰਾ, ਕੋਈ ਵੀ ਪ੍ਰੋਫਿਟੇਬਲ ਆਫਿਸ ਆ ਜਿਹੜਾ ਉਹਦੇ 'ਤੇ ਉਹ ਨਹੀਂ ਹੋਣੇ ਚਾਹੀਦੇ, ਉਹ ਕੋਈ ਆਫਿਸ ਉਹਨਾਂ ਦਾ ਹੋਲਡ ਕੀਤਾ ਨਹੀਂ ਹੋਣਾ ਚਾਹੀਦਾ। ਬਾਕੀ ਉਹਨਾਂ ਨੂੰ ਰਹਿਣ ਦੇ ਲਈ ਰਾਜ ਭਵਨ ਮਿਲਦਾ ਉਹਨਾਂ ਨੂੰ, ਠੀਕ ਆ। ਬਾਕੀ ਹੋਰ ਉਹਨਾਂ ਦੀ ਕੰਡੀਸ਼ਨ ਕੀ ਹੁੰਦੀ ਆ, ਉਹਨਾਂ ਨੂੰ 2 ਮਹੀਨੇ ਪ੍ਰਿਓਰ ਨੋਟੀਫਿਕੇਸ਼ਨ ਦੇਣ ਤੋਂ ਬਿਨਾਂ ਤੁਸੀਂ ਅਰੈਸਟ ਨਹੀਂ ਕਰ ਸਕਦੇ ਜਾਂ ਅਰੈਸਟ ਨਹੀਂ ਕੀਤਾ ਜਾ ਸਕਦਾ। ਓਕੇ, ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਸੈਲਰੀ ਦੀ। ਹੁਣ ਮੈਂ ਤੁਹਾਨੂੰ ਸੈਲਰੀ ਬਾਰੇ ਦੱਸਦਾ। ਤਾਂ ਸੈਲਰੀ 2018 ਦੇ ਵਿੱਚ ਮੈਂ ਤੁਹਾਨੂੰ ਕਿੰਨੀਆਂ ਵੀਡੀਓ ਦੇ ਵਿੱਚ ਕਰਾਇਆ ਵੀ ਜਿਹੜੀਆਂ ਸੈਲਰੀਆਂ ਸੀਗੀਆਂ ਉਹ ਕੀ ਕੀਤੀਆਂ ਗਈਆਂ ਨੇ, ਇਨਕਰੀਜ਼ ਕੀਤੀਆਂ ਗਈਆਂ ਨੇ, ਉਹਨਾਂ ਦੇ ਵਿੱਚ ਹਾਈਕ ਕੀਤਾ ਗਿਆ। ਪਹਿਲਾਂ ਇਹਨਾਂ ਦੀ ਸੈਲਰੀ ਹੁੰਦੀ ਸੀ 1.10 ਲੱਖ, ਫਿਰ ਇਸ ਤੋਂ ਬਾਅਦ ਹੁਣ ਹੋ ਗਈ 3.5 ਲੱਖ ਪਰ ਮਹੀਨਾ। ਓਕੇ, ਤਾਂ ਇਹ ਸੀਗੇ ਇਹਨਾਂ ਦੇ ਬੇਸਿਕ ਪੁਆਇੰਟ। ਪਰ ਹੁਣ ਆਪਾਂ ਥੋੜ੍ਹਾ ਜਿਹਾ ਗੱਲ ਕਰਦੇ ਹਾਂ ਇਹਨਾਂ ਦੇ ਟਨਿਓਰ ਦੀ। ਹੁਣ ਆਪਾਂ ਗੱਲ ਕਰ ਰਹੇ ਹਾਂ ਟਨਿਓਰ ਦੀ। ਟਨਿਓਰ ਇਹਨਾਂ ਦਾ ਕਿੰਨਾ ਗਾ 5 ਈਅਰ। ਵੈਸੇ ਤਾਂ ਆਪਾਂ ਕਹਿ ਲਿਖ ਦਿੰਦੇ ਹਾਂ ਵੀ ਪਲੀਜ਼ ਆਫ P52,
मतलब कि ਪ੍ਰੈਜ਼ੀਡੈਂਟ ਸਾਹਿਬ ਦੇ ਖੁਸ਼ੀ ਤੱਕ। ਹੁਣ ਜੇ ਆਪਾਂ ਗੱਲ ਕਰੀਏ ਵੀ ਜੇ ਇਹਨਾਂ ਨੂੰ ਆਪਣਾ ਰਿਜ਼ਾਈਨ ਦੇਣਾ ਵੀ ਪੈ ਜੇ ਤਾਂ ਇਹ ਰਿਜ਼ਾਈਨ ਕਿਹਨੂੰ ਦੇਣਗੇ, ਦੇ ਸਕਦੇ ਨੇ ਐਟ ਐਨੀ ਟਾਈਮ। ਮਤਲਬ ਕੋਈ ਇਹ ਨਹੀਂ ਹੈਗਾ ਵੀ ਕਦੋਂ ਵੀ ਰਿਜ਼ਾਈਨ ਨਹੀਂ ਦੇ ਸਕਦੇ, ਤਾਂ ਕਦੋਂ ਵੀ ਰਿਜ਼ਾਈਨ ਦੇ ਸਕਦੇ ਆ। ਇਹ ਆਪਣਾ ਰਿਜ਼ਾਈਨ ਦੇਣਗੇ ਪ੍ਰੈਜ਼ੀਡੈਂਟ ਸਾਹਿਬ ਨੂੰ, ਤਾਂ ਅਪੁਆਇੰਟ ਵੀ ਪ੍ਰੈਜ਼ੀਡੈਂਟ ਸਾਹਿਬ ਕਰਦੇ ਆ ਔਰ ਇਹਨਾਂ ਦਾ ਰਿਜ਼ਾਈਨ ਵੀ ਇਹਨਾਂ ਨੂੰ ਹੀ ਜਾਂਦਾ। ਬਾਕੀ ਪ੍ਰੈਜ਼ੀਡੈਂਟ ਸਾਹਿਬ ਕੀ ਕਰ ਸਕਦੇ ਆ, ਟਰਾਂਸਫਰ ਕਰ ਸਕਦੇ ਆ। ਟਰਾਂਸਫਰ ਕਰ ਸਕਦੇ ਨੇ ਇੱਕ ਸਟੇਟ ਤੋਂ ਅਨਦਰ ਸਟੇਟ ਦੇ ਵਿੱਚ। ਤਾਂ ਇਹ ਤੁਸੀਂ ਪੁਆਇੰਟ ਧਿਆਨ ਦੇ ਵਿੱਚ ਰੱਖਣਾ। ਔਰ ਕਈਆਂ ਦੇ ਮਨ ਦੇ ਵਿੱਚ ਇਹ ਆਉਂਦਾ ਵੀ ਕੀ ਇਹਨਾਂ ਨੂੰ ਰੀਅਪੁਆਇੰਟ ਕੀਤਾ ਜਾ ਸਕਦਾ, ਓਕੇ, ਕੀ ਇਹਨਾਂ ਨੂੰ ਆਪਾਂ ਰੀਅਪੁਆਇੰਟ ਕਰ ਸਕਦੇ ਹਾਂ, ਠੀਕ ਆ। ਤਾਂ ਦੇਖੋ ਇਹ ਜਦੋਂ ਤੱਕ ਰੀਅਪੁਆਇੰਟ ਤਾਂ ਇਹਨਾਂ ਨੂੰ ਆਪਾਂ ਕਰ ਸਕਦੇ ਹਾਂ ਜਦੋਂ ਤੱਕ, ਉਦੋਂ ਤੱਕ ਇਹ ਪੋਸਟ 'ਤੇ ਬਣੇ ਰਹਿੰਦੇ ਨੇ, ਜਦੋਂ ਤੱਕ ਨਵਾਂ ਜ਼ਿਊਮ ਆਪਣਾ ਪੋਸਟ ਆ ਜਿਹੜੀ ਆਫਿਸ ਆ ਉਹ ਨਹੀਂ ਕਰ ਲੈਂਦਾ, ਉਦੋਂ ਤੱਕ ਇਹਨਾਂ ਨੂੰ ਬਣੇ ਰਹਿਣਾ ਪੈਂਦਾ ਗਾ, ਓਕੇ। ਬਾਕੀ ਇਹਨਾਂ ਨੂੰ ਰਿਮੂਵ ਕਰਨ ਦਾ ਸੰਵਿਧਾਨ ਦੇ ਵਿੱਚ ਆਪਣੇ ਕੋਈ ਗਰਾਊਂਡ ਨਹੀਂ ਹੈਗਾ। ਜਿਵੇਂ ਕਿ ਤੁਸੀਂ 1999 ਦੇ ਵਿੱਚ ਆਇਆ ਸੀਗਾ, BP ਸਿੰਘ ਦੀ ਸਰਕਾਰ ਨੇ ਕਾਂਗਰਸ ਦੇ ਪਹਿਲਾਂ ਬਣਾਏ ਹੋਏ ਸੀਗੇ ਜਿੰਨੇ, ਉਹਨਾਂ ਨੂੰ ਅਸਤੀਫਿਆਂ ਲਈ ਕਹਿਤਾ ਸੀ ਅਤੇ ਕੁਝ ਕੁ ਨੂੰ ਛੱਡਤਾ ਸੀ, ਬਾਕੀ ਸਾਰਿਆਂ ਨੂੰ ਕਹਿਤਾ ਸੀ ਵੀ ਕਾਂਗਰਸ ਦੇ ਤੁਸੀਂ ਅਪੁਆਇੰਟ ਕੀਤੇ ਹੋਏ ਹੋ, ਤੁਸੀਂ ਅਸਤੀਫੇ ਦਿਓ। ਤਾਂ ਫਿਰ 1991 ਦੇ ਵਿੱਚ ਸੇਮ ਇਹੀ ਫੇਰ ਹੋ ਗਿਆ। PV ਨਰਸਿਮਹਾ ਰਾਓ ਨੇ ਮਤਲਬ ਕਿ 14 ਗਵਰਨਰ ਬਣੇ ਸੀ, ਉਹਨਾਂ ਨੂੰ BP ਸਿੰਘ ਅਤੇ ਚੰਦਰ ਸ਼ੇਖਰ ਸਰਕਾਰ ਨੇ ਬਣਾਏ ਸੀ ਜਿਹੜੇ, ਉਹਨਾਂ ਨੂੰ ਕੀ ਕਰਤਾ ਸੀਗਾ, ਇਹਨਾਂ ਤੋਂ ਹਟਾਤਾ ਸੀ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਰੀਅਪੁਆਇੰਟ ਕੀਤੇ ਜਾ ਸਕਦੇ ਨੇ ਔਰ ਪੋਸਟ 'ਤੇ ਉਦੋਂ ਤੱਕ ਬਣੇ ਰਹਿਣਗੇ ਜਦੋਂ ਤੱਕ ਨਵਾਂ ਅਜ਼ਿਊਮ ਨਹੀਂ ਕਰ ਲੈਂਦਾ, ਓਕੇ। ਆਹ ਤੁਸੀਂ ਬੇਸਿਕ ਫੈਕਟ ਨੇ ਜਿਹੜੇ ਇਹਨਾਂ ਦੇ ਧਿਆਨ ਦੇ ਵਿੱਚ ਰੱਖਣੇ ਆ। ਅਤੇ ਹੁਣ ਜਿਹੜੇ ਸਟੇਟਮੈਂਟ ਵਾਲੇ ਅੱਗੇ ਕੁਐਸਚਨ ਬਣਦੇ ਨੇ ਉਹਨਾਂ ਨੂੰ ਆਪਾਂ ਹੁਣ ਕਰ ਰਹੇ ਹਾਂ। ਹੁਣ ਆਪਾਂ ਗੱਲ ਕਰਾਂਗੇ ਇਹਨਾਂ ਦੀਆਂ ਪਾਵਰਸ ਦੇ ਬਾਰੇ। ਹੁਣ ਪਾਵਰਸ ਦੇ ਵਿੱਚ ਵੀ ਜਿਵੇਂ ਆਪਾਂ ਪ੍ਰੈਜ਼ੀਡੈਂਟ ਸਾਹਿਬ ਦੀਆਂ ਪਾਵਰ ਕਰਦੇ ਹਾਂ, ਤਾਂ ਐਵੇਂ ਆਪਾਂ ਪਹਿਲਾਂ ਕਰਾਂਗੇ ਐਗਜ਼ੀਕਿਊਟਿਵ ਦੀਆਂ। ਪਹਿਲਾਂ ਆਪਾਂ ਕਿਹੜੀਆਂ ਪਾਵਰ ਕਰਾਂਗੇ, ਐਗਜ਼ੀਕਿਊਟਿਵ ਪਾਵਰ। ਹੁਣ ਦੇਖੋ ਤੁਸੀਂ ਨੋਟ ਕਰ ਲਿਓ, ਵੈਸੇ ਮੈਂ ਜ਼ਿਆਦਾਤਰ ਤਾਂ ਬੋਲ ਕੇ ਦੱਸੂਗਾ, ਤੁਸੀਂ ਮੇਰੇ ਸ਼ਬਦਾਂ ਨੂੰ ਧਿਆਨ ਦੇ ਨਾਲ ਸੁਣਨਾ, ਤਾਂ ਜਿਹੜੀ ਚੀਜ਼ ਹੋਊਗੀ ਵਿੱਚੋਂ ਮੈਂ ਤੁਹਾਨੂੰ ਲਿਖ ਦੂੰਗਾ। ਤਾਂ ਦੇਖੋ ਸਾਰੇ ਜਿੰਨੇ ਸਟੇਟ ਦੇ ਐਗਜ਼ੀਕਿਊਟਿਵ ਐਕਸ਼ਨ ਹੁੰਦੇ ਨੇ, ਠੀਕ ਆ, ਜਿੰਨੇ ਵੀ ਸਟੇਟ ਦੇ ਵਿੱਚ ਐਗਜ਼ੀਕਿਊਟਿਵ ਐਕਸ਼ਨ ਹੁੰਦੇ ਨੇ, ਠੀਕ ਆ, ਰਾਜ ਸਰਕਾਰ ਦੇ, ਉਹ ਸਾਰੇ ਗਵਰਨਰ ਦੇ ਨਾਂ ਨਾਲ ਹੁੰਦੇ ਆ, ਓਕੇ। ਔਰ ਇਹ ਅਪੁਆਇੰਟ ਕਰਦੇ ਆ। ਇਹ ਕਿਹੜੀਆਂ ਪਾਵਰਾਂ 'ਚ ਆ ਗਏ, ਜਿਹੜੇ ਬੰਦਿਆਂ ਨੂੰ ਆਪਣੇ ਗਵਰਨਰ ਅਪੁਆਇੰਟ ਕਰਦੇ ਆ ਉਹ ਐਗਜ਼ੀਕਿਊਟਿਵ ਪਾਵਰ ਦੇ ਵਿੱਚ ਆ ਗਏ। ਤਾਂ ਕਿੰਨਾਂ ਨੂੰ ਕਰਦੇ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਆਪਣੇ CM ਜਾਂ ਫਿਰ ਅਦਰ ਮਿਨਿਸਟਰਸ, ਇਹਨਾਂ ਨੂੰ ਵੀ ਅਪੁਆਇੰਟ ਕਰਦੇ ਆ, ਠੀਕ ਆ। ਤਾਂ ਉਹ ਆਫਿਸ ਇਸ ਦੇ ਪਲੀਜ਼ਰ ਤੱਕ ਰਹਿੰਦੇ ਆ। ਜਿਵੇਂ ਆਪਾਂ ਪਹਿਲਾਂ ਕਿਹਾ ਵੀ ਇਹ ਪ੍ਰੈਜ਼ੀਡੈਂਟ ਸਾਹਿਬ ਦੇ ਪਲੀਜ਼ਰ ਤੱਕ ਰਹਿੰਦੇ ਆ, ਤਾਂ ਇਹ ਇਹਨਾਂ ਦੀ ਪਲੀਜ਼ਰ ਤੱਕ ਰਹਿੰਦੇ ਆ। ਬਾਕੀ ਹੋਰ ਅਪੁਆਇੰਟ ਕਰਦੇ ਆ ਇਹ ਐਡਵੋਕੇਟ ਜਨਰਲ ਆਫ ਸਟੇਟ, ਤਾਂ ਇਹਨਾਂ ਨੂੰ ਵੀ ਅਪੁਆਇੰਟ ਕਰਦੇ ਆ। ਇਹ ਆਪਣੇ ਕਿੰਨੇ ਆਰਟੀਕਲ ਦੇ ਵਿੱਚ ਆ, ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹਮੇਸ਼ਾ ਹੀ, ਆਰਟੀਕਲ 165। ਜਦੋਂ ਵੀ ਐਡਵੋਕੇਟ ਜਨਰਲ ਨੂੰ ਤੁਸੀਂ ਪੜ੍ਹਨਾ, ਉਹਦੀ ਤੁਹਾਡੇ ਦਿਮਾਗ ਦੇ ਵਿੱਚ ਹਿੱਟ ਕਰਨਾ ਚਾਹੀਦਾ ਵੀ ਐਡਵੋਕੇਟ ਜਨਰਲ, ਅੱਛਾ ਇਹ ਤਾਂ ਸਾਨੂੰ ਯਾਦ ਆ ਆਰਟੀਕਲ 165 ਦੇ ਵਿੱਚ ਆ, ਅੱਛਾ। ਤਾਂ ਫਿਰ ਜੇ ਪ੍ਰੈਜ਼ੀਡੈਂਟ ਸਾਹਿਬ ਦੀ ਗੱਲ ਕਰੀ, ਉਹ ਵੀ ਤੁਹਾਡੇ ਦਿਮਾਗ ਦੇ ਵਿੱਚ ਤਦ ਹੀ ਹਿੱਟ ਕਰ ਜੇ। ਪ੍ਰੈਜ਼ੀਡੈਂਟ ਸਾਹਿਬ ਨੂੰ ਤਾਂ ਅਸੀਂ P52 ਲਿਖਦੇ ਹਾਂ ਨਾ, ਉਹਦੇ ਪੈਰ 'ਚ 52 ਪਾ ਕੇ ਲਿਖਦੇ ਹਾਂ। ਤਾਂ ਇਹਦਾ ਮਤਲਬ ਕੀ ਹੋਇਆ ਵੀ ਪ੍ਰੈਜ਼ੀਡੈਂਟ ਕਿੰਨੇ ਆਰਟੀਕਲ ਦੇ ਵਿੱਚ ਆ, 52 ਆਰਟੀਕਲ ਦੇ ਵਿੱਚ ਆ। ਚਲੋ ਦੋ ਤਰ੍ਹਾਂ ਕੇ ਜਦੋਂ ਤੁਹਾਨੂੰ ਧਿਆਨ ਦੇ ਵਿੱਚ ਆਊ ਐਡਵੋਕੇਟ ਜਨਰਲ ਕਦੋਂ ਵੀ ਆ ਜੇ 165, ਅਤੇ ਜਦੋਂ ਤੁਸੀਂ ਗੱਲ ਕਰਨੀ ਆ ਪ੍ਰੈਜ਼ੀਡੈਂਟ ਸਾਹਿਬ ਦੀ, ਅੱਛਾ ਆਰਟੀਕਲ 52। ਅਤੇ ਪ੍ਰੈਜ਼ੀਡੈਂਟ ਦੇ ਕੋਲੇ ਕਿਹੜੀ ਪਾਵਰ ਹੁੰਦੀ ਆ, ਐਮਰਜੈਂਸੀ। ਤਾਂ ਐਮਰਜੈਂਸੀ ਤਾਂ ਇਹਨਾਂ ਕੋਲ ਵੀ ਹੁੰਦੀਆਂ, ਠੀਕ ਆ ਕਿ ਨਹੀਂ ਹੁੰਦੀਆਂ। ਇਹ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹਨਾਂ ਦੇ ਕੋਲ ਐਮਰਜੈਂਸੀ ਪਾਵਰ ਹੁੰਦੀ ਆ ਜਾਂ ਨਹੀਂ ਹੁੰਦੀ। ਇਹ ਮੈਂ ਤੁਹਾਡੇ ਲਈ ਛੱਡ ਰਿਹਾ, ਜਾਂ ਤੁਸੀਂ ਲਕੀਰ ਦੇ ਫਕੀਰ ਹੋ, ਥੋੜ੍ਹੀ ਜਿਹੀ ਰਿਸਰਚ ਕਰਿਓ ਤਾਂ ਤੁਸੀਂ ਵੀ ਦੱਸਣਾ, ਓਕੇ। ਤਾਂ ਦੇਖੋ ਇਹਦੇ 'ਚ ਆਰਟੀਕਲ ਐਡਵੋਕੇਟ ਜਨਰਲ ਆਰਟੀਕਲ 165। ਤਾਂ ਹੁਣ ਜਿਹੜਾ ਆਪਣੇ ਰਾਸ਼ਟਰਪਤੀ ਨੇ ਉਹਨਾਂ ਦੇ ਕੋਲ ਐਮਰਜੈਂਸੀ ਪਾਵਰ ਹੁੰਦੀਆਂ ਨੇ 352, ਫਿਰ 4 ਪਾ ਦਿਓ 356, ਫਿਰ 4 ਜੋੜ ਦਿਓ 360। ਤਾਂ ਉਹ ਕਿਹੜੀਆਂ ਹੁੰਦੀਆਂ ਨੇ ਇਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਮੈਂ ਤੁਹਾਨੂੰ ਕਰਵਾਈਆਂ ਵੀਆਂ ਨੇ ਪਹਿਲਾਂ, ਮੈਂ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਆਪਦੇ ਕੋਲੋਂ ਤੋਂ ਕੁਝ ਪੁੱਛ ਰਿਹਾ। ਵੈਸੇ ਮੈਂ ਤੁਹਾਨੂੰ ਉਹ ਕਰਵਾਈ ਵੀ ਆ, ਗਵਰਨਰ ਵਾਲਾ ਟੌਪਿਕ ਮੈਂ ਨਹੀਂ ਕਰਵਾਇਆ, ਤਾਂ ਕਰਕੇ ਮੈਂ ਇਹਨੂੰ ਹੁਣ ਤੁਹਾਨੂੰ ਵਿਦ ਡਿਟੇਲ ਪੂਰੀ ਕਰਵਾ ਰਿਹਾ, ਓਕੇ। ਤਾਂ ਐਡਵੋਕੇਟ ਜਨਰਲ ਨੂੰ ਵੀ ਕਰਦੇ ਆ, ਬਟ ਤੁਸੀਂ ਇੱਥੇ ਧਿਆਨ ਰੱਖਣਾ ਵੀ ਜਦੋਂ ਇਹਨਾਂ ਦੀ ਨਿਯੁਕਤੀ ਹੁੰਦੀ ਆ, ਐਡਵੋਕੇਟ ਜਨਰਲ ਦੀ ਹੁੰਦੀ ਆ, ਤਾਂ ਉਦੋਂ ਸਲਾਹ ਕੀਤੀ ਜਾਂਦੀ ਆ ਕਾਊਂਸਲ ਆਫ ਮਿਨਿਸਟਰਸ ਆਫ ਸਟੇਟ। ਮਤਲਬ ਜਿਹੜੀ ਸਟੇਟ ਦੇ ਵਿੱਚ ਹੋ ਰਿਹਾ ਹੁੰਦਾ, ਜਿਹੜੀ ਉੱਥੋਂ ਦੀ ਕਾਊਂਸਲ ਆਫ ਮਿਨਿਸਟਰ ਹੁੰਦੀ ਆ, ਤਾਂ ਉਹਨਾਂ ਦੇ ਨਾਲ ਕੀ ਕੀਤਾ ਜਾਂਦਾ, ਸਲਾਹ ਕੀਤੀ ਜਾਂਦੀ ਆ ਜਦੋਂ ਐਡਵੋਕੇਟ ਜਨਰਲ ਦੀ ਨਿਯੁਕਤੀ ਹੁੰਦੀ ਆ। ਅਤੇ ਐਡਵੋਕੇਟ ਜਨਰਲ ਆਰਟੀਕਲ 165 ਦੇ ਵਿੱਚ ਆਉਂਦਾ, ਓਕੇ। ਬਾਕੀ ਇੱਕ ਤੁਸੀਂ ਟਰਮ ਧਿਆਨ ਦੇ ਵਿੱਚ ਰੱਖਣੀ ਆ, ਟਰਾਈਬਲ ਵੈਲਫੇਅਰ।
ਹੁਣ ਜਿਹੜਾ ਟਰਾਈਬਲ ਵੈਲਫੇਅਰ ਆ ਇਹ ਸਾਰੀਆਂ ਸਟੇਟਾਂ ਦੇ ਵਿੱਚ ਟਰਾਈਬ ਆ ਜਿਹੜੀ ਉਹ ਨਹੀਂ ਹੁੰਦੀਆਂ, ਠੀਕ ਆ। ਤਾਂ ਇਹਦੇ 'ਚ ਉੱਥੇ ਜਿੱਥੇ ਟਰਾਈਬਲ ਵੈਲਫੇਅਰ ਹੁੰਦੀਆਂ ਉੱਥੇ ਟਰਾਈਬਲ ਵੈਲਫੇਅਰ ਮੰਤਰੀ ਹੁੰਦਾ। ਜਿਵੇਂ ਕਿ ਕਿਹੜੀਆਂ ਸਟੇਟਸ ਨੇ, ਜਿਵੇਂ ਕਿ ਆਪਣੀ ਸਟੇਟ ਹੈ ਇੱਕ ਛੱਤੀਸਗੜ੍ਹ, ਠੀਕ ਆ। ਇੱਕ ਸਟੇਟ ਹੈਗੀ ਆਪਣੀ ਝਾਰਖੰਡ, MP, ਉੜੀਸਾ, ਠੀਕ ਆ। ਤਾਂ ਇਹਨਾਂ ਦੇ ਵਿੱਚ ਅਪੋਇੰਟ ਕੀਤਾ ਜਾਂਦੇ ਨੇ ਇਹ ਜਿਹੜਾ ਮੰਤਰੀ ਆ ਟਰਾਈਬਲ ਵੈਲਫੇਅਰ, ਉਹਨਾਂ ਸਟੇਟਾਂ ਦੇ ਵਿੱਚ ਇਹਨੂੰ ਅਪੋਇੰਟ ਕਿਹਨਾਂ ਦੇ ਦੁਆਰਾ ਕੀਤਾ ਜਾਂਦਾ? ਗਵਰਨਰ ਦੇ ਦੁਆਰਾ, ਕਿਉਂਕਿ ਟਰਾਈਬ ਦੇ ਲਈ ਹੁੰਦੇ ਆ ਮੰਤਰੀ। ਤਾਂ ਬਿਹਾਰ ਵੀ ਪਹਿਲਾਂ ਇਹਦੇ 'ਚ ਆਉਂਦਾ ਸੀ, ਠੀਕ ਆ। ਬਿਹਾਰ ਵੀ ਪਹਿਲਾਂ ਸ਼ਾਮਲ ਸੀ ਬਟ ਐਕਸਕਲੂਡਡ in 2006 with CAA 94 94ਵੀਂ ਨੰਬਰ ਦੀ ਅਮੈਂਡਮੈਂਟ ਕਰਕੇ 2006 ਦੇ ਵਿੱਚ ਬਿਹਾਰ ਨੂੰ ਤਾਂ ਇਹਦੇ 'ਚੋਂ ਬਾਹਰ ਕਰਤਾ। ਤਾਂ ਹੁਣ ਟਰਾਈਬਲ ਵੈਲਫੇਅਰ ਕਿੱਥੇ ਕਿੱਥੇ ਹੁੰਦੇ ਆ? ਛੱਤੀਸਗੜ੍ਹ, ਝਾਰਖੰਡ, MP, ਉੜੀਸਾ। ਆਪਣੇ ਪੰਜਾਬ ਦੇ ਵਿੱਚ ਹੈਗਾ ਨਹੀਂ, ਜੇ ਹੁੰਦਾ ਤਾਂ ਆਪਾਂ ਨਾਮ ਲਿਖਦੇ। ਪੰਜਾਬ ਦੇ ਵਿੱਚ ਆਪਾਂ ਨਹੀਂ ਹੈਗਾ ਇਹ, ਬਟ ਜਿਹੜੀਆਂ ਸਟੇਟ ਦੇ ਵਿੱਚ ਹੈਗਾ ਉੱਥੇ ਇਹਨਾਂ ਨੂੰ ਅਪੋਇੰਟ ਕੀਤਾ ਜਾਂਦਾ ਗਵਰਨਰ ਦੇ ਦੁਆਰਾ। ਤਾਂ ਹੁਣ ਆ ਗਿਆ ਆਪਣੇ ਕੋਲ ਅਪੋਇੰਟ ਕਿਹਨਾਂ ਨੂੰ ਕਰਦਾ? CM, ਮੰਤਰੀ, ਐਡਵੋਕੇਟ ਜਨਰਲ। ਤਾਂ ਇਹ ਤੋਂ ਬਿਨਾਂ ਹੋਰ ਕਿਹਨਾਂ ਨੂੰ ਅਪੋਇੰਟ ਕਰਦਾ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਇਹ ਤੁਹਾਡੇ ਲਈ ਸਾਰੇ ਇੰਪੋਰਟੈਂਟ ਪੁਆਇੰਟ ਨੇ, ਤੁਸੀਂ ਧਿਆਨ ਦੇਣਾ ਇਹਨਾਂ 'ਤੇ। ਜਿਵੇਂ ਕਿ ਇਲੈਕਸ਼ਨ ਕਮਿਸ਼ਨਰ, ਠੀਕ ਆ। ਮਤਲਬ ਇਹ ਉਹ ਨਹੀਂ ਹੈਗੇ ਉੱਪਰਲੇ, ਇਹ ਸਟੇਟ ਲੈਵਲ ਦੇ ਹੁੰਦੇ ਆ, ਜਿਹੜੇ ਸਟੇਟ ਦੇ ਹੁੰਦੇ ਆ, ਠੀਕ ਆ। ਤਾਂ ਇਹਨਾਂ ਨੂੰ ਹਟਾਉਣ ਦੇ ਲਈ, ਜੇ ਇਹਨੂੰ ਹਟਾਉਣਾ ਹੋਵੇ ਤਾਂ ਸੇਮ ਹਾਈ ਕੋਰਟ ਦੇ ਜੱਜ ਵਾਂਗ, ਹਾਈ ਕੋਰਟ ਦੇ ਜੱਜ ਵਾਂਗ ਰਿਮੂਵ ਕੀਤਾ ਜਾ ਸਕਦਾ ਇਲੈਕਸ਼ਨ ਕਮਿਸ਼ਨਰ ਨੂੰ। ਓਕੇ, ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਾਕੀ ਜਿਹੜਾ ਵੀ ਕਿਸੇ ਸਟੇਟ ਦਾ PCS ਜਾਣੀ ਕਿ ਪਬਲਿਕ ਸਰਵਿਸ ਕਮਿਸ਼ਨ ਹੁੰਦਾ ਨਾ, ਤਾਂ ਇਹਦੇ ਜਿਹੜੇ ਚੇਅਰਮੈਨ ਹੁੰਦੇ ਨੇ ਉਹਨਾਂ ਨੂੰ ਅਪੋਇੰਟ ਕੀਤਾ ਜਾਂਦਾ, ਉਹ ਵੀ ਕਿਹਨਾਂ ਦੇ ਦੁਆਰਾ ਕੀਤਾ ਜਾਂਦਾ? ਗਵਰਨਰ ਦੇ ਦੁਆਰਾ। ਇੱਥੇ ਇੱਕ ਹੋਰ ਆ, ਠੀਕ ਆ। ਬਟ ਜੇ ਉਹਨਾਂ ਨੂੰ ਰਿਮੂਵ ਕਰਨਾ ਪੈ ਜੇ ਤਾਂ ਰਿਮੂਵ ਇਹ ਨਹੀਂ ਕਰ ਸਕਦੇ। ਜਦੋਂ ਉਹਨਾਂ ਨੂੰ ਰਿਮੂਵ ਕਰਨਾ ਪੈਂਦਾ ਉਦੋਂ ਰਿਮੂਵ ਕੌਣ ਕਰਦੇ ਨੇ? ਪ੍ਰੈਜ਼ੀਡੈਂਟ ਸਾਹਿਬ। ਆਹ ਇੰਪੋਰਟੈਂਟ ਫੈਕਟ ਆ ਸਟੇਟਮੈਂਟ ਦੇ ਵਿੱਚ ਬਣਾਉਣ ਦੇ ਲਈ। ਅਗਰ ਕੋਈ ਵੀ ਕੁਐਸਚਨ ਬਣਾਵੇ ਤਾਂ ਇਹ ਸਟੇਟਮੈਂਟ ਪਾਉਣੀ ਬਣਦੀ ਆ, ਅਗਰ ਬੱਚੇ ਨੂੰ ਕਨਫਿਊਜ਼ ਹੀ ਕਰਨਾ। ਕਿਉਂਕਿ ਦੇਖੋ ਇੱਥੇ ਅਪੋਇੰਟਮੈਂਟ ਆ ਜਿਹੜੀ ਸਟੇਟ ਦੇ PCS ਦੀ ਚੇਅਰਮੈਨ ਆ, ਤਾਂ ਉਹਦੀ ਅਪੋਇੰਟਮੈਂਟ ਹੋ ਰਹੀ ਆ ਗਵਰਨਰ ਦੇ ਦੁਆਰਾ। ਪਰ ਜਦੋਂ ਉਹਨੂੰ ਹਟਾਇਆ ਜਾ ਰਿਹਾ, ਹਟਾਉਣ ਵੇਲੇ ਕੌਣ ਹਟਾ ਰਹੇ ਨੇ? ਪ੍ਰੈਜ਼ੀਡੈਂਟ ਸਾਹਿਬ। ਤਾਂ ਇਹ 'ਚ ਬੱਚੇ ਬਹੁਤ ਕਨਫਿਊਜ਼ ਹੁੰਦੇ ਆ, ਕਿਉਂਕਿ ਜ਼ਿਆਦਾਤਰ ਆਪਾਂ ਦੇਖਦੇ ਹਾਂ ਵੀ ਜਿਹੜਾ ਅਪੋਇੰਟ ਕਰਦਾ ਉਹੀ ਹਟਾਉਂਦਾ। ਪਰ ਇੱਥੇ ਗੱਲ ਥੋੜ੍ਹੀ ਜਿਹੀ ਕਨਫਿਊਜ਼ਨ ਵਾਲੀ ਆ, ਤਾਂ ਬਟ ਧਿਆਨ ਦਿਓ ਤੁਸੀਂ, ਕਲੀਅਰ ਹੋ ਜੂਗੀ। ਓਕੇ, ਤਾਂ ਹੋਰ ਇਹ ਆਪਣੇ ਪ੍ਰੈਜ਼ੀਡੈਂਟ ਸਾਹਿਬ ਨੂੰ ਰਿਕਮੈਂਡ ਕਰ ਸਕਦੇ ਨੇ ਕਾਹਦੇ ਲਈ? ਕੌਨਸਟੀਟਿਊਸ਼ਨਲ ਐਮਰਜੈਂਸੀ ਦੇ ਲਈ, ਠੀਕ ਆ। ਇਹਦੇ ਲਈ ਸਿਫਾਰਸ਼ ਕਰ ਸਕਦੇ ਨੇ ਔਰ ਇਹ ਐਕਟ ਕਰਦੇ ਨੇ। ਗਵਰਨਰ ਦੀ ਗੱਲ ਚੱਲਦੀ ਆ, ਇਹ ਐਕਟ ਕਰਦੇ ਨੇ ਚਾਂਸਲਰ ਆਫ ਯੂਨੀਵਰਸਿਟੀਜ਼। ਜਿੰਨੀਆਂ ਸਟੇਟ ਦੇ ਵਿੱਚ ਯੂਨੀਵਰਸਿਟੀਆਂ ਹੁੰਦੀਆਂ ਉਹਨਾਂ ਦੇ ਚਾਂਸਲਰ ਕੌਣ ਹੁੰਦੇ ਨੇ? ਐਕਟ ਕਰਦੇ ਨੇ ਉਹਨਾਂ ਦੇ ਗਵਰਨਰ। ਬਾਕੀ ਇਹ ਉਹਨਾਂ ਦੇ ਜਿਹੜੇ ਵਾਈਸ ਚਾਂਸਲਰ ਹੁੰਦੇ ਆ ਸਟੇਟ ਦੇ ਅੰਦਰਲੀਆਂ ਯੂਨੀਵਰਸਿਟੀਆਂ ਦੇ, ਤਾਂ ਉਹਨਾਂ ਨੂੰ ਅਪੋਇੰਟ ਕੀਤਾ ਜਾਂਦਾ ਗਵਰਨਰ ਦੇ ਦੁਆਰਾ। ਤਾਂ ਇਹ ਸੀ ਇਹਨਾਂ ਦੀਆਂ, ਆਪਾਂ ਇੱਥੋਂ ਤੱਕ ਕੀਤੀ ਆ ਗੱਲ ਪਾਵਰਸ ਦੀ, ਠੀਕ ਆ, ਐਗਜ਼ੀਕਿਊਟਿਵ ਪਾਵਰ ਦੀ। ਹੁਣ ਇਹ ਤੋਂ ਬਾਅਦ ਇਹਨਾਂ ਦੀਆਂ ਲੈਜਿਸਲੇਟਿਵ ਪਾਵਰ, ਫਾਈਨੈਂਸ਼ੀਅਲ ਪਾਵਰ, ਜੁਡੀਸ਼ੀਅਲ ਪਾਵਰ, ਕਿਹੜੇ ਬਿੱਲ ਨੂੰ ਕਿਵੇਂ ਇਹ ਹਟਾਉਂਦੇ ਆ ਜਾਂ ਕਿਵੇਂ ਅੱਗੇ ਭੇਜਦੇ ਆ, ਔਰ ਇਹਨਾਂ ਦੇ ਨਾਲ ਰਿਲੇਟਡ ਆਰਟੀਕਲ। ਇਹ ਸੀ ਇਹਦਾ ਪਾਰਟ 1। ਤਾਂ ਇਹਨੂੰ ਆਪਾਂ ਪਾਰਟ 2 ਦੇ ਵਿੱਚ ਕਰਾਂਗੇ। ਔਰ ਤੁਸੀਂ ਵੀਡੀਓ ਅਗਰ ਤੁਹਾਨੂੰ ਪਸੰਦ ਆਈ ਆ, ਕੰਟੈਂਟ ਪਸੰਦ ਆਇਆ, ਸਮਝਾਉਣ ਦਾ ਤਰੀਕਾ ਤੁਹਾਨੂੰ ਆਸਾਨ ਲੱਗਦਾ ਔਰ ਤੁਹਾਨੂੰ ਲੱਗਦਾ ਵੀ ਕੰਟੈਂਟ ਤੁਹਾਡੇ PPSC UPSC ਲੈਵਲ ਦਾ ਹੈਗਾ, ਤਾਂ ਤੁਸੀਂ ਚੈਨਲ ਨੂੰ ਆਪ ਵੀ ਸਬਸਕ੍ਰਾਈਬ ਕਰੋ, ਆਪਣੇ ਦੋਸਤਾਂ ਮਿੱਤਰਾਂ ਤੋਂ ਵੀ ਸਬਸਕ੍ਰਾਈਬ ਕਰਾਓ, ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਕਮੈਂਟ ਕਰਕੇ ਆਪਣਾ ਫੀਡਬੈਕ ਦੇਣਾ ਨਾ ਭੁੱਲਿਆ ਕਰੋ, ਤਾਂ ਜੋ ਸਾਨੂੰ ਪਤਾ ਲੱਗੇ ਵੀ ਸਾਥੋਂ ਕਿੱਥੇ ਗਲਤੀ ਰਹਿੰਦੀ ਆ, ਕਿੱਥੇ ਕਮੀ ਹੁੰਦੀ ਆ, ਤਾਂ ਜੋ ਅਸੀਂ ਉਹਨੂੰ ਵੀ ਸੁਧਾਰ ਸਕੀਏ। ਬਾਕੀ ਅਸੀਂ ਤੁਹਾਨੂੰ ਐਪਰੀਸ਼ੀਏਟ ਕਰਾਂਗੇ ਜਿਹੜਾ ਕਮੈਂਟ ਕਰਕੇ ਸਾਨੂੰ ਦੱਸੇਗਾ ਵੀ ਤੁਹਾਨੂੰ ਆਹ ਇੰਪਰੂਵਮੈਂਟ ਚਾਹੀਦੀ ਆ। ਬਾਕੀ ਹੁਣ ਆਪਾਂ ਇਹਦੇ ਕੁਐਸਚਨ 'ਤੇ ਆਉਂਦੇ ਹਾਂ। ਤਾਂ ਦੇਖੋ ਇਹਦੇ 'ਚ ਪਹਿਲੀ ਸਟੇਟਮੈਂਟ ਕੀ ਕਹਿੰਦੀ ਆ? ਅ ਮੈਂਬਰ ਆਫ ਪਾਰਲੀਮੈਂਟ ਕੈਨ ਨਾਟ ਬੀ ਅਪੋਇੰਟਡ ਐਜ਼ ਗਵਰਨਰ ਆਫ ਅ ਸਟੇਟ। ਮੈਂ ਤੁਹਾਨੂੰ ਸਾਫ਼ ਕਲੀਅਰ ਕਰਵਾਇਆ ਵੀ ਉਹ ਮੈਂਬਰ ਨਹੀਂ ਹੋਣਾ ਚਾਹੀਦਾ, ਠੀਕ ਆ। ਮੈਂਬਰ ਬਾਅਦ ਦੇ ਵਿੱਚ ਨਹੀਂ ਹੋਣਾ ਚਾਹੀਦਾ ਜਦੋਂ ਬਣ ਗਿਆ। ਜਾਂ ਹੁਣ ਮੈਂਬਰ ਆਫ ਪਾਰਲੀਮੈਂਟ ਕੈਨ ਨਾਟ ਬੀ ਅਪੋਇੰਟਡ, ਅਪੋਇੰਟ ਤਾਂ ਕੀਤਾ ਜਾ ਸਕਦਾ। ਤਾਂ ਮੈਂ ਤੁਹਾਨੂੰ ਕਿਹਾ ਵੀ ਜਦੋਂ ਅਪੋਇੰਟ ਹੋ ਗਿਆ ਫਿਰ ਉਹਨੂੰ ਸੀਟ ਵਕੇਟ ਕਰਨੀ ਪਊਗੀ। ਤਾਂ ਪਹਿਲੀ ਆਪਸ਼ਨ ਕੀ ਆ? ਗਲਤ ਆ, ਪਹਿਲੀ ਆਪਸ਼ਨ ਗਲਤ ਆ। ਤਾਂ ਜਿੱਥੇ ਪਹਿਲਾਂ ਦਿੰਦਾ ਤੁਹਾਨੂੰ ਉਹ ਆਪਸ਼ਨ ਤਾਂ ਕੱਟ ਦਿਓ। ਦੇਖੋ ਬਾਕੀ ਆਪਸ਼ਨਾਂ ਤਾਂ ਦੇਖਣ ਦੀ ਵੀ ਲੋੜ ਨਹੀਂ ਪਈ। ਤਾਂ ਦੇਖੋ ਦੂਸਰੀ ਆਪਸ਼ਨ ਦੇਖਦੇ ਹਾਂ।
द गवर्नर शैल मेक रूल्स फॉर द मोर कन्वीਨੀਐਂਟ ट्रांजैक्शनस ऑफ द बिजनेस ऑफ द गवर्नमेंट ऑफ द स्टेट। ਜਮਾ ਸਹੀ ਆ। ਜਿਹੜਾ ਸਟੇਟ ਦਾ ਬਿਜ਼ਨਸ ਹੁੰਦਾ ਉਹਨੂੰ ਹੋਰ ਤਰੀਕੇ ਦੇ ਨਾਲ ਵਧੀਆ ਚਲਾਉਣ ਦੇ ਲਈ ਇਹ ਰੂਲ ਬਣਾ ਸਕਦੇ ਆ। ਦੂਸਰੀ ਸਟੇਟਮੈਂਟ ਬਿਲਕੁਲ ਸਹੀ ਆ, ਤਾਂ ਬੀ ਦੇ ਵਿੱਚ ਦੂਸਰੀ ਹੈਗੀ ਆ। ਹੁਣ ਆਪਾਂ ਤੀਸਰੀ ਵੀ ਦੇਖ ਲੈਂਦੇ ਆ। ਗਵਰਨਰ ਅਪੁਆਇੰਟ ਦਾ ਐਡਵੋਕੇਟ ਜਨਰਲ ਆਫ ਸਟੇਟ। ਮੈਂ ਤੁਹਾਨੂੰ ਹੁਣੇ ਦੱਸਿਆ ਵੀ ਐਡਵੋਕੇਟ ਜਨਰਲ ਨੂੰ ਅਪੁਆਇੰਟ ਕੌਣ ਕਰਦੇ ਆ? ਗਵਰਨਰ ਕਰਦੇ ਆ। ਅਤੇ ਨਾਲ ਸਲਾਹ ਕਿਹਨਾਂ ਦੀ ਹੁੰਦੀ ਆ? CM ਆਪਣਾ ਕਾਊਂਸਲ ਆਫ ਮਿਨਿਸਟਰ ਜਿੰਨੀ ਵੀ ਹੁੰਦੀ ਆ ਸਟੇਟ ਦੀ, ਤਾਂ ਉਹਨਾਂ ਦੇ ਨਾਲ ਕੰਸਲਟ ਕਰਦੇ ਆ। ਤਾਂ ਇਹਦਾ ਬੀ ਆਪਸ਼ਨ ਸੀਗੀ ਜਿਹੜੀ ਕਰੈਕਟ ਆਨਸਰ ਆ। ਤਾਂ ਐਵੇਂ ਤੁਹਾਨੂੰ ਆਪਾਂ ਇੱਕ MCQ 2 MCQ ਤੁਸੀਂ ਸ਼ਾਰਟਸ ਦੇ ਉੱਤੇ ਵੀ ਦੇਖਿਆ ਕਰੋ, ਉਹਦੇ 'ਚ ਵੀ ਤੁਹਾਨੂੰ ਮੈਂ ਪਾਇਆ ਕਰੂੰਗਾ। ਔਰ ਐਵੇਂ ਦੇ ਆਪਾਂ ਬਣਾ ਕੇ ਆਪਣੇ ਟੈਲੀਗ੍ਰਾਮ ਦੇ ਚੈਨਲ 'ਤੇ ਵੀ ਹੁੰਦੇ ਆ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ, ਉਹਨੂੰ ਤੁਸੀਂ ਜੁਆਇਨ ਕਰਿਓ। ਔਰ ਆਪਣੇ ਇੰਸਟਾਗ੍ਰਾਮ ਦੇ ਅਕਾਊਂਟ ਨੂੰ ਵੀ ਫੋਲੋ ਕਰ ਲਿਓ, ਉਹਦੇ 'ਤੇ ਵੀ ਜ਼ਿਆਦਾ ਤੋਂ ਜ਼ਿਆਦਾ ਜੁੜੋ ਅਤੇ ਸਪੋਰਟ ਕਰੋ। ਔਰ ਜਿਹਦਾ ਕੋਈ ਡਾਊਟ ਰਹੂਗਾ ਉਹ ਤੁਸੀਂ ਇੱਥੇ ਕਮੈਂਟ ਕਰ ਦਿਓ ਜਾਂ ਫਿਰ ਆਪਣੇ ਟੈਲੀਗ੍ਰਾਮ 'ਤੇ ਪੋਸਟ ਕਰ ਦਿਓ। ਆਪਣਾ ਤੁਹਾਡਾ ਜਿਹੜਾ ਵੀ ਡਾਊਟ ਹੋਊਗਾ, ਕੋਈ ਵੀ ਹੋਊਗਾ, ਈਵਨ ਆਪਣੇ ਆਹ ਟੌਪਿਕ ਦੇ ਰਿਗਾਰਡਿੰਗ ਜਾਂ ਫਿਰ ਕਿਸੇ ਵੀ ਸਬਜੈਕਟ ਦਾ, ਤਾਂ ਤੁਸੀਂ ਉੱਥੇ ਛੱਡ ਸਕਦੇ ਹੋ। ਆਪਾਂ ਤੁਹਾਡੇ ਡਾਊਟ ਕਲੀਅਰ ਕਰਾਂਗੇ ਜਦ ਵੀ ਤੁਹਾਡਾ ਮੈਸੇਜ ਦੇਖਿਆ ਜਾਊਗਾ। ਵੀਡੀਓ ਦੇਖਣ ਲਈ ਸਭ ਦਾ ਥੈਂਕ ਯੂ। ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ।